बहुत ही सत्कारयोग विद्यार्थियों, दर्शकों, ਸਰੋਤਿਓ, ਅੱਜ ਅਸੀਂ ਇਸ ਪੁਸਤਕ ਵਿੱਚੋਂ ਚੌਥੇ ਲੇਖ ਪਰਿਭਾਸ਼ਾ ਤੋਂ ਵਿਰਵੇ ਹੋਏ ਹਾਲਾਤ ਬਾਰੇ ਚਰਚਾ ਕਰਾਂਗੇ। ਇਸ ਲੇਖ ਵਿੱਚ ਬੁਨਿਆਦੀ ਰੂਪ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਵਾਪਰਨ ਵਾਲੀਆਂ ਉਹਨਾਂ ਰਾਜਨੀਤਿਕ ਅਤੇ ਫੌਜੀ ਕਾਰਵਾਈਆਂ ਬਾਰੇ ਜ਼ਿਕਰ ਹੈ ਜਿਨ੍ਹਾਂ ਕਰਕੇ ਸਿਰਫ 2-3 ਦੇਸ਼ਾਂ ਉੱਪਰ ਹੀ ਪ੍ਰਭਾਵ ਨਹੀਂ ਪਿਆ ਬਲਕਿ ਅੰਤਰਰਾਸ਼ਟਰੀ ਪੱਧਰ ਉੱਪਰ ਸਾਰੇ ਦੇਸ਼ਾਂ ਉੱਪਰ ਹੀ ਆਰਥਿਕ ਪੱਧਰ 'ਤੇ ਅਤੇ ਰਾਜਨੀਤਿਕ ਪੱਧਰ 'ਤੇ ਪ੍ਰਭਾਵ ਪਏ। ਬੁਨਿਆਦੀ ਰੂਪ ਵਿੱਚ ਇਸ ਲੇਖ ਵਿੱਚ ਅਹਿਮ ਵਿਸ਼ੇ ਹਨ ਜਿਹੜੇ, ਉਹਨਾਂ ਵਿੱਚੋਂ ਸਭ ਤੋਂ ਪਹਿਲਾ ਵਿਸ਼ਾ ਹੈ ਕਿ ਇੱਕ ਸ਼ਕਤੀਸ਼ਾਲੀ ਰਾਜ ਦੂਸਰੇ ਰਾਜਾਂ ਨੂੰ ਆਪਣੀਆਂ ਮੰਡੀਆਂ ਬਣਾਉਣ ਲਈ ਜਾਂ ਦੂਸਰੇ ਰਾਜਾਂ ਉੱਪਰ ਆਪਣਾ ਰਾਜ ਸਥਾਪਿਤ ਕਰਨ ਲਈ ਕਿਹੋ ਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ ਅਤੇ ਫੌਜੀ ਕਾਰਵਾਈਆਂ ਕਰਦਾ ਹੈ, ਅਤੇ ਇਹਨਾਂ ਫੌਜੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ, ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਹ ਕਿਹੋ ਜਿਹੇ ਕਾਰਨ ਲੱਭਦਾ ਹੈ ਅਤੇ ਕਿਹੋ ਜਿਹੀਆਂ ਸਥਿਤੀਆਂ ਨੂੰ ਪੈਦਾ ਕਰਦਾ ਹੈ। ਦੂਸਰਾ ਵਿਸ਼ਾ ਸਿੱਧੇ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਤਾਲਿਬਾਨ ਅਤੇ ਅਲ-ਕਾਇਦਾ ਨੂੰ ਪੈਦਾ ਕਰਨ ਵਾਲਾ ਅਮਰੀਕਾ ਖੁਦ ਸੀ, ਉਹ ਆਪਣੇ ਸਵਾਰਥਾਂ ਲਈ ਇਹਨਾਂ ਜਥੇਬੰਦੀਆਂ ਨੂੰ ਆਪਣੀਆਂ ਵਿਰੋਧੀ ਤਾਕਤਾਂ ਲਈ ਵਰਤਦਾ ਸੀ, ਪਰ ਸਮਾਂ ਪਾ ਕੇ ਇਹ ਵਿਰੋਧੀ ਤਾਕਤਾਂ ਉਸ ਦੇ ਵਿਰੋਧ ਵਿੱਚ ਹੀ ਹੋ ਗਈਆਂ ਅਤੇ ਉਸ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕੀਤਾ। ਇਸੇ ਤਰੀਕੇ ਨਾਲ ਇਜ਼ਰਾਈਲ ਵੀ ਫਲਸਤੀਨ ਅਤੇ ਆਪਣੇ ਹੋਰ ਅਜਿਹੇ ਦੇਸ਼ਾਂ, ਗਰੁੱਪਾਂ ਜਾਂ ਸੰਗਠਨਾਂ ਜਾਂ ਜਥੇਬੰਦੀਆਂ ਉੱਪਰ ਆਪਣੀਆਂ ਫੌਜੀ ਕਾਰਵਾਈਆਂ ਨਾਲ ਅਜਿਹਾ ਗਲਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਉਹਨਾਂ ਨੂੰ ਦਬਾ ਲਿਆ ਜਾਵੇ ਅਤੇ ਉੱਥੇ ਆਪਣੀਆਂ ਮੰਡੀਆਂ ਨੂੰ ਸਥਾਪਿਤ ਕਰ ਲਿਆ ਜਾਵੇ। ਸੋ ਬੁਨਿਆਦੀ ਰੂਪ ਵਿੱਚ ਇਸ ਲੇਖ ਰਾਹੀਂ ਦੋ ਸ਼ਕਤੀਆਂ ਦੀ ਗੱਲ ਕੀਤੀ ਗਈ ਹੈ। ਇੱਕ ਅਜਿਹੀ ਸ਼ਕਤੀ ਹੈ ਜਿਹੜੀ ਗਲਬਾ ਸਥਾਪਿਤ ਕਰਨਾ ਚਾਹੁੰਦੀ ਹੈ ਅਤੇ ਦੂਸਰੀ ਅਜਿਹੀ ਸ਼ਕਤੀ ਹੈ ਜਿਹੜੀ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਗਲਬਾ ਸਥਾਪਿਤ ਕਰਨ ਵਾਲੀਆਂ ਸ਼ਕਤੀਆਂ ਕਿਉਂਕਿ ਆਰਥਿਕ ਪੱਖੋਂ ਜਾਂ ਫੌਜ ਦੇ ਪੱਖੋਂ ਮਜ਼ਬੂਤ ਹੁੰਦੀਆਂ ਹਨ, ਇਸ ਕਰਕੇ ਉਹ ਹਮਲੇ ਕਰਦੀਆਂ ਹਨ ਅਤੇ ਉਹਨਾਂ ਉੱਪਰ ਗਲਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਿਹੜੀਆਂ ਕੌਮਾਂ ਜਾਂ ਜਿਹੜੇ ਰਾਜ ਜਾਂ ਜਿਹੜੇ ਦੇਸ਼ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੜਦੇ ਹਨ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਸੋ ਇਸ ਤਰੀਕੇ ਨਾਲ ਇਹਨਾਂ ਦੋ ਕਿਸਮ ਦੀਆਂ ਸ਼ਕਤੀਆਂ ਵਿਚਲੇ ਸੰਘਰਸ਼ ਦੇ ਨਾਲ ਹੀ ਵਿਸ਼ਵ ਪੱਧਰ ਦੇ ਉੱਤੇ ਵਿਕਾਸ ਵਾਪਰ ਰਿਹਾ ਹੈ। ਇਸੇ ਵਿਕਾਸ ਦੀ ਗੱਲ ਇਸ ਲੇਖ ਰਾਹੀਂ ਕੀਤੀ ਗਈ ਹੈ। ਭਾਵੇਂ ਇਹ ਵਿਕਾਸ ਹਾਂਦਰੂ ਹੋਵੇ ਜਾਂ ਨਾਂਦਰੂ, ਪਰ ਵਿਕਾਸ ਤਾਂ ਹੋ ਹੀ ਰਿਹਾ ਹੈ। ਸੋ ਵਿਦਿਆਰਥੀਓ, ਆਪਾਂ ਇਸ ਲੇਖ ਬਾਰੇ ਵਿਚਾਰ ਚਰਚਾ ਅੱਜ ਕਰਾਂਗੇ ਅਤੇ ਇਸ ਲੇਖ ਵਿੱਚ ਆਏ ਸਾਰੇ ਵਿਚਾਰਾਂ ਨੂੰ ਅਤੇ ਘਟਨਾਵਾਂ ਨੂੰ ਚੰਗੀ ਤਰ੍ਹਾਂ ਪੜ੍ਹਾਂਗੇ। ਪਿਛਲੇ ਲੇਖਾਂ ਦੀ ਤਰ੍ਹਾਂ ਮੈਂ ਇਸ ਲੇਖ ਨੂੰ ਸ਼ਾਰਟਕੱਟ ਦੇ ਵਿੱਚ ਨਹੀਂ ਪੜ੍ਹਾਂਗਾ। ਮੈਂ ਕੋਸ਼ਿਸ਼ ਕਰਾਂਗਾ ਇਸ ਲੇਖ ਵਿਚਲੇ ਸਾਰੇ ਪਾਠ ਨੂੰ ਪੜ੍ਹਾਂ ਤਾਂ ਕਿ ਇਸ ਵਿੱਚ ਆਈਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ, ਕਿਉਂਕਿ ਇਸ ਲੇਖ ਵਿੱਚ ਬੁਨਿਆਦੀ ਰੂਪ ਵਿੱਚ ਸੂਖਮਤਾ ਦੇ ਨਾਲ ਗੱਲਾਂ ਨੂੰ, ਵਿਚਾਰਾਂ ਨੂੰ, ਭਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਸੋ ਆਓ ਆਪਾਂ ਇਸ ਲੇਖ ਦੀ ਪੜ੍ਹਾਈ ਸ਼ੁਰੂ ਕਰਦੇ ਹਾਂ। ਸੁਰਜਨ ਜੀਰਵੀ ਦੇ ਜ਼ਿਆਦਾਤਰ ਲੇਖ ਕੌਮਾਂਤਰੀ ਪੱਧਰ 'ਤੇ ਹੋਣ ਵਾਲੀਆਂ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪੇਸ਼ ਕਰ ਰਹੇ ਹਨ। ਹਥਲਾ ਲੇਖ ਪਰਿਭਾਸ਼ਾ ਤੋਂ ਵਿਰਵੇ ਹੋਏ ਹਾਲਾਤ ਵੀ ਅੰਤਰਰਾਸ਼ਟਰੀ ਪੱਧਰ 'ਤੇ ਵਾਪਰਨ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਹੀ ਪੇਸ਼ ਕਰ ਰਿਹਾ ਹੈ। ਇਸ ਲੇਖ ਵਿੱਚ ਪੇਸ਼ ਹੋਣ ਵਾਲੀਆਂ ਗਤੀਵਿਧੀਆਂ ਦਾ ਸਬੰਧ ਅਮਰੀਕਾ, ਇਜ਼ਰਾਈਲ, ਫਲਸਤੀਨ ਅਤੇ ਹੋਰ ਅਰਬ ਦੇਸ਼ਾਂ ਦੇ ਨਾਲ ਸੰਬੰਧਿਤ ਹੈ। ਇਸ ਲੇਖ ਦਾ ਬੱਚਿਓ ਆਪਾਂ ਪਾਠ ਕਰਾਂਗੇ ਅਤੇ ਨਾਲ ਕੁਝ ਮਹੱਤਵਪੂਰਨ ਗੱਲਾਂ ਉੱਪਰ ਚਰਚਾ ਵੀ ਕਰਾਂਗੇ। ਸੋ ਇਹ ਲੇਖ ਸ਼ੁਰੂ ਹੁੰਦਾ ਹੈ ਇੱਕ ਮਿੱਤਰ ਵੱਲੋਂ ਆਪਣੇ ਦੂਸਰੇ ਮਿੱਤਰ ਨੂੰ ਚਿੱਠੀ ਲਿਖਣ ਦੀ ਘਟਨਾ ਦੇ ਨਾਲ ਕਿ ਉਹ ਚਿੱਠੀ ਲਿਖ ਰਿਹਾ ਹੈ ਆਪਣੇ ਮਿੱਤਰ ਨੂੰ, ਤੇ ਨਾਲ ਕੌਮਾਂਤਰੀ ਪੱਧਰ ਦੇ ਉੱਤੇ ਵਾਪਰਨ ਵਾਲੀਆਂ ਸੁਖਦਾਈ ਜਾਂ ਦੁਖਦਾਈ ਘਟਨਾਵਾਂ ਬਾਰੇ ਗਿਆਨ ਬਾਰੇ ਚਰਚਾ ਕਰਦਾ ਹੈ। ਪਿਆਰੇ ਆਨੰਦ, ਪਿੱਛੇ ਜਿਹੇ ਮੈਂ ਪੜ੍ਹਿਆ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ 80ਵੇਂ ਵਰ੍ਹੇ ਵਿੱਚ ਕਦਮ ਰੱਖ ਚੁੱਕੇ ਹੋ। ਨਾਲ ਹੀ ਮੈਂ ਇਹ ਵੀ ਪੜ੍ਹਿਆ ਸੀ ਕਿ ਮੀਲਾ ਜੀ ਦੇ ਗੋਡੇ ਦਾ ਆਪਰੇਸ਼ਨ ਸਫਲ ਰਿਹਾ ਹੈ। ਜਿੱਥੋਂ ਤੱਕ ਤੁਹਾਡੀ 80ਵੇਂ ਵਰ੍ਹੇਗੰਢ ਦਾ ਸਵਾਲ ਹੈ, ਇਸ ਦੇ ਲਈ ਸ਼ੁਭ ਇਛਾਵਾਂ ਪੇਸ਼ ਕਰਦਿਆਂ ਵੀ ਮੈਂ ਇਸ ਪੁੱਛੇ ਬਿਨਾਂ ਨਹੀਂ ਰਹਿ ਸਕਦਾ ਕਿ ਤੁਹਾਨੂੰ 8ਵਾਂ ਦਹਾਕਾ ਪਾਰ ਕਰਨ ਦੀ ਇੰਨੀ ਕਾਹਲੀ ਕੀ ਸੀ? ਕੀ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਮਰ ਨੂੰ ਵਲਗਲਾ ਕੇ 60 ਜਾਂ 70
ਉੱਤੇ ਨਹੀਂ ਸੀ ਟਿਕਾ ਸਕਦੇ। ਜ਼ਿੰਦਗੀ ਨੂੰ ਜਿਉਣ ਅਤੇ ਮਾਣਨ ਦੀ ਪਹਿਲੀ ਲਾਲਸਾ ਦੀ ਖਾਤਰ ਅਤੇ ਕੌਮੀ ਤੇ ਕੌਮਾਂਤਰੀ ਸਥਿਤੀਆਂ ਦੀਆਂ ਵੱਧ ਰਹੀਆਂ ਪੇਚੀਦਗੀਆਂ ਵੱਲ ਦੇਖਦਿਆਂ ਤੁਹਾਨੂੰ ਉਮਰ ਨੂੰ ਠੱਲਣ ਦਾ ਕੋਈ ਨਾ ਕੋਈ ਹੀਲਾ ਕਰਨਾ ਚਾਹੀਦਾ ਸੀ। ਪਰ ਫਿਰ ਵੀ ਮੈਂ ਸੋਚਦਾ ਹਾਂ ਕਿ ਤੁਹਾਨੂੰ ਵੀ ਕੀ ਦੋਸ਼। ਇਸ ਮਾਮਲੇ ਵਿੱਚ ਜੋ ਕੁਝ ਤੁਹਾਡੇ ਹੱਥ ਵੱਸ ਸੀ ਤੁਸੀਂ ਨਿਰਸੰਦੇਹ ਕੀਤਾ। ਇੱਥੋਂ ਇਹ ਨਤੀਜਾ ਹੈ ਕਿ ਉਮਰ ਨੂੰ ਠੱਲ ਪਾਉਣ ਵਰਗੀਆਂ ਕੁਝ ਗੱਲਾਂ ਮੁੱਖ ਸੰਪਾਦਕਾਂ ਦੇ ਵੱਸ ਵਿੱਚ ਵੀ ਨਹੀਂ ਹੁੰਦੀਆਂ। ਇਸ ਲੇਖ ਰਾਹੀਂ ਉਸ ਕਾਲਖੰਡ ਦੀ ਗੱਲ ਕੀਤੀ ਗਈ ਹੈ ਜਿਸ ਕਾਲਖੰਡ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਘਟਨਾਵਾਂ ਦੇ ਨਾਲ ਸਾਰੇ ਦੇਸ਼ਾਂ ਦੇ ਉੱਪਰ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ ਤੇ ਇਹ ਘਟਨਾਵਾਂ ਸਧਾਰਨ ਰੂਪ ਵਾਲੀਆਂ ਨਹੀਂ ਸਨ ਬਲਕਿ ਅਸਧਾਰਨ ਘਟਨਾਵਾਂ ਸਨ। ਇੱਥੇ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇਕਰ ਸੁਖਾਵਾਂ ਮਾਹੌਲ ਹੋਵੇ ਤਾਂ ਆਪਣੀ ਉਮਰ ਨੂੰ ਉੱਥੇ ਰੋਕ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਸੁਖਾਵਾਂ ਮਾਹੌਲ ਬਣਿਆ ਰਹੇ। ਰਾਜਨੀਤਿਕ ਪੱਧਰ ਤੇ ਪੀੜੀ ਪਾੜੇ ਕਰਕੇ ਵਾਪਰਨ ਵਾਲੀਆਂ ਕੁਝ ਘਟਨਾਵਾਂ ਵੱਲ ਇਸ਼ਾਰਾ ਕਰਦਾ ਹੋਇਆ ਲੇਖਕ ਅੱਗੇ ਲਿਖਦਾ ਹੈ ਕਿ ਜੇ ਮੈਂ ਉਮਰ ਨੂੰ ਠੱਲਣ ਦੀ ਗੱਲ ਕਰਦਾ ਹਾਂ ਤਾਂ ਇਸ ਦਾ ਅਰਥ ਇਹ ਨਹੀਂ ਕਿ ਮੈਂ ਵੱਡੀ ਉਮਰ ਨੂੰ ਕਿਸੇ ਕਿਸਮ ਦੀ ਖੁਨਾਮੀ ਜਾਂ ਉਣਤਾਈ ਸਮਝਦਾ ਹਾਂ। ਉਮਰ ਆਪਣੀ ਥਾਂ ਤੇ ਸਮੇਂ ਨਾਲ ਚੱਲਣ ਸਕਣ ਦੀ ਸੂਝ ਸਮਰੱਥਾ ਤੇ ਜੁਗਤ ਆਪਣੀ ਥਾਂ। ਇਸ ਗੱਲ ਦੀ ਪੁਸ਼ਟੀ ਸਾਡੇ ਉਸ ਵੇਲੇ ਦੇ ਜਨਰਲ ਸਕੱਤਰ ਸਾਥੀ ਰਾਜੇਸ਼ਵਰ ਰਾਓ ਨੇ ਵੀ ਕੀਤੀ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਪਾਰਟੀ ਨੇ ਆਪਣੀ ਨੀਤੀ ਨੂੰ ਉਲਟਾ ਗੇੜ ਦੇਣ ਦਾ ਫੈਸਲਾ ਕੀਤਾ ਸੀ ਤੇ ਸਾਥੀ ਰਾਓ ਸੂਬਾ ਪਾਰਟੀ ਨੂੰ ਇਹ ਸਮਝਾਉਣ ਆਏ ਸਨ ਕਿ ਕੇਂਦਰੀ ਲੀਡਰਸ਼ਿਪ ਨੇ ਸੈਕੂਲਰ ਜਮਹੂਰੀ ਮੋਰਚੇ ਦੀ ਥਾਂ ਖੱਬੇ ਜਮਹੂਰੀ ਮੋਰਚੇ ਦੀ ਨੀਤੀ ਵੱਲ ਪਰਤਣਾ ਕਿਉਂ ਜ਼ਰੂਰੀ ਸਮਝਿਆ ਹੈ। ਸੂਬਾ ਐਗਜ਼ੀਕਿਊਟਿਵ ਜਾਂ ਸ਼ਾਇਦ ਸੂਬਾ ਕੌਂਸਲ ਵਿੱਚ ਹੋਈ ਬਹਿਸ ਸਮੇਂ ਕੁਝ ਸਾਥੀਆਂ ਨੇ ਪਾਰਟੀ ਨੀਤੀ ਵਿੱਚ ਲਿਆਂਦੀ ਗਈ ਤਬਦੀਲੀ ਨੂੰ ਲੀਡਰਸ਼ਿਪ ਦੀ ਦਿਮਾਗੀ ਖੜੋਤ ਦੀ ਨਿਸ਼ਾਨੀ ਸਮਝਦਿਆਂ ਦਲੀਲ ਦਿੱਤੀ ਕਿ ਨੇਤਾਵਾਂ ਲਈ ਵੀ ਰਿਟਾਇਰਮੈਂਟ ਦੀ ਹੱਦ ਨਿਸ਼ਚਿਤ ਹੋਣੀ ਚਾਹੀਦੀ ਹੈ ਕਿਉਂਕਿ ਅੰਤ ਨੂੰ ਲੀਡਰ ਵੀ ਤਾਂ ਹੰਭ ਜਾਂਦੇ ਹਨ। ਸਾਥੀ ਰਾਓ ਨੂੰ ਇਹ ਦਲੀਲ ਜਚੀ ਨਹੀਂ ਸੀ ਅਤੇ ਉਹਨਾਂ ਜੋਸ਼ ਵਿੱਚ ਆ ਕੇ ਆਪਣੇ ਸੀਨੇ ਉੱਤੇ ਹੱਥ ਮਾਰਦਿਆਂ ਕਿਹਾ ਸੀ, ਹਿੰਮਤ ਤੇ ਜਜ਼ਬੇ ਦਾ ਸਬੰਧ ਉਮਰਾਂ ਨਾਲ ਨਹੀਂ ਦਿਲ ਨਾਲ ਹੁੰਦਾ ਹੈ। ਵਲਵਲੇ ਦੀ ਅੱਗ ਦਿਲਾਂ ਵਿੱਚ ਹੁੰਦੀ ਹੈ, ਸਾਲਾਂ ਵਿੱਚ ਨਹੀਂ। ਸਾਥੀ ਰਾਓ ਦੀ ਗੱਲ ਉਦੋਂ ਤਾਂ ਮੈਨੂੰ ਠੀਕ ਨਹੀਂ ਸੀ ਜਾਪੀ ਪਰ ਹੁਣ ਸਮਝ ਪੈਂਦੀ ਹੈ ਕਿ ਉਹ ਗਲਤ ਨਹੀਂ ਸਨ। ਖਾਸ ਤੌਰ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਨਵੀਂ ਪੀੜ੍ਹੀ ਦੀਆਂ ਪ੍ਰਥਮਤਾਵਾਂ ਉੱਕਾ ਹੀ ਬਦਲ ਗਈਆਂ ਹਨ ਅਤੇ ਦੁਨੀਆ ਨੂੰ ਸੰਵਾਰਨ ਜਾਂ ਬਦਲਣਾ ਉਹਨਾਂ ਦੇ ਜਜ਼ਬੇ ਜਾਂ ਕਲਪਨਾ ਦਾ ਹਿੱਸਾ ਨਹੀਂ ਰਿਹਾ। ਪਰਿਵਰਤਨ ਜਾਂ ਯੁੱਗ ਬਦਲੀ ਦੀ ਧੂਣੀ ਨੂੰ ਧੁਖਦੇ ਰੱਖਣਾ ਹੁਣ ਬਹੁਤੀ ਹੱਦ ਤੱਕ ਪੁਰਾਣੇ ਘੁਲਾਟੀਆਂ ਦੀ ਜ਼ਿੰਮੇਵਾਰੀ ਹੀ ਬਣ ਗਿਆ ਜਾਪਦਾ ਹੈ। ਸਮੇਂ ਨੂੰ ਇਹ ਦੱਸਣ ਵਾਲਾ ਕੋਈ ਤਾਂ ਹੋਣਾ ਚਾਹੀਦਾ ਹੈ ਕਿ ਉਸ ਦੀਆਂ ਆਪ ਹੁਦਰਗੀਆਂ ਨੂੰ ਅਣਗੌਲਿਆਂ ਨਹੀਂ ਛੱਡਿਆ ਜਾ ਸਕਦਾ। ਦੂਸਰੇ ਪਾਸੇ ਹਾਲਤ ਇਸ ਪੱਧਰ ਉੱਤੇ ਇੰਨੀ ਬੁਰੀ ਤਰ੍ਹਾਂ ਉਲਝਦੀ ਜਾਂਦੀ ਹੈ ਕਿ ਇਸ ਬਾਰੇ ਕੋਈ ਨੀਤੀ ਸੇਧ ਤਿਆਰ ਕਰਨਾ ਤਾਂ ਇੱਕ ਪਾਸੇ ਰਿਹਾ, ਇਸ ਨੂੰ ਫਾਰਮੂਲੇਟ ਕਰਨਾ ਵੀ ਸੰਭਵ ਨਹੀਂ ਰਿਹਾ। ਉਸ ਸਮਾਂ ਕਿੰਨਾ ਸਰਲ ਸੀ ਜਦੋਂ ਉਸ ਵੇਲੇ ਦੇ ਦੌਰ ਨੂੰ ਸੋਸ਼ਲਿਜ਼ਮ ਦੀ ਚੜ੍ਹਤ ਤੇ ਸਰਮਾਏਦਾਰੀ ਦੇ ਜਵਾਲ ਵਜੋਂ ਪਰਿਭਾਸ਼ਿਤ ਕੀਤਾ ਤੇ ਲੱਖਾਂ ਸਿੰਘ ਜੌਹਰ ਦੇ ਤਰਾਨੇ ਜਨਤਾ ਹੋ ਤੇਰੀ ਜੈ ਜੈਕਾਰ ਵਜੋਂ ਗਾਇਆ ਜਾ ਸਕਦਾ ਸੀ। ਵਿਦਿਆਰਥੀਓ, ਇੱਥੇ ਲੇਖਕ ਨੇ ਇਹ ਵਿਸ਼ਾ ਪੇਸ਼ ਕੀਤਾ ਹੈ, ਨਵੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਸਮਾਜ ਦੀ ਪ੍ਰਗਤੀ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ, ਪੁਰਾਣੀਆਂ ਪੀੜ੍ਹੀਆਂ ਜਿਹੜੀਆਂ ਸਮਾਜ ਦੀ ਪ੍ਰਗਤੀ ਵੱਲ ਧਿਆਨ ਦਿੰਦੀਆਂ ਹਨ। ਸੋ ਇੱਕ ਦੌਰ ਸੀਗਾ ਜਦੋਂ ਖਾਸ ਕਰਕੇ ਕਾਮਰੇਡ ਲੋਕ ਜਾਂ ਮਾਰਕਸਵਾਦੀ ਲੋਕਾਂ ਨੇ ਸਮਾਜ ਵਿੱਚ ਪ੍ਰਗਤੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਆਉਣ ਵਾਲੀਆਂ ਪੀੜ੍ਹੀਆਂ ਦੇ ਏਜੰਡੇ ਉੱਪਰ ਇਹ ਗੱਲਾਂ ਨਹੀਂ ਸਨ ਤਾਂ ਜਿਹੜੀ ਨਵੀਂ ਪੀੜ੍ਹੀ ਸੀ ਉਹਨਾਂ ਦੇ ਏਜੰਡੇ ਉੱਪਰ ਹੋਰ ਗੱਲਾਂ ਸਨ। ਅੱਗੇ ਲੇਖਕ ਨੇ ਜਿਹੜਾ ਵਿਚਾਰ ਪੇਸ਼ ਕੀਤਾ ਉਹ ਇਹ ਹੈਗਾ ਕਿ ਜਦੋਂ 20ਵੀਂ ਸਦੀ ਦਾ ਅੱਧ ਸੀਗਾ ਉਸ ਦੌਰ ਵਿੱਚ ਭਾਰਤ ਵਿੱਚ ਵੀ ਹਰ ਕੋਈ ਸੋਚ ਰਿਹਾ ਸੀ ਕਿ ਬਸ 2-4 ਦਿਨਾਂ ਦੀ ਗੱਲ ਹੈ, ਸਰਮਾਏਦਾਰੀ ਦਾ ਕੋੜ ਵੱਢਿਆ ਜਾਵੇਗਾ ਤੇ ਇਹਦੀ ਜਗ੍ਹਾ ਤੇ ਸਮਾਜਵਾਦ ਦੀ ਨੀਂਹ ਮਜ਼ਬੂਤ ਹੋ ਕੇ ਸਾਹਮਣੇ ਆਵੇਗੀ। ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਬਲਕਿ ਇਸ ਦੇ ਉਲਟ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਅਮਰੀਕਾ ਦੁਨੀਆ ਦੇ ਵਿੱਚ ਇੱਕ ਸ਼ਕਤੀ ਬਣ ਕੇ ਸਾਹਮਣੇ ਆਇਆ ਤੇ ਸਾਰੀ ਦੁਨੀਆ ਉਸ ਦੀ ਸ਼ਿਕਾਰਗਾਹ ਬਣ ਕੇ ਰਹਿ ਗਈ। ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਤੇ ਜੋ ਕਿ ਹੋ ਗਿਆ। ਅੱਗੇ ਲੇਖਕ ਦੱਸਦਾ ਹੈ ਕਿ ਲੰਮੀ ਸੋਚਣ ਵਾਲਿਆਂ ਨੂੰ ਇਹ ਅੰਦਾਜ਼ਾ ਤਾਂ ਸੀ ਕਿ ਜਿਸ ਢੰਗ ਨਾਲ ਅਮਰੀਕਾ ਮੂਲਵਾਦੀ ਦਹਿਸ਼ਤਗਰਦੀ ਨੂੰ ਪਾਲ ਰਿਹਾ ਹੈ ਅਤੇ ਇਸ ਨੂੰ ਅਸਹਿਮਤ ਦੇਸ਼ਾਂ ਵਿਰੁੱਧ ਹਥਿਆਰ ਵਜੋਂ ਵਰਤ ਰਿਹਾ ਹੈ, ਇਸ ਦਾ ਖਮਿਆਜ਼ਾ ਉਸ ਨੂੰ ਆਪ ਨੂੰ ਵੀ ਭੁਗਤਣਾ ਪਵੇਗਾ। ਪਰ ਇਹ ਭੁਗਤਾਨ ਅਮਰੀਕਾ ਨੂੰ ਇੰਨੀ ਛੇਤੀ ਭੁਗਤਣਾ ਪਵੇਗਾ ਇਸ ਦਾ ਅਨੁਮਾਨ ਕਿਸੇ ਨੂੰ ਵੀ ਨਹੀਂ ਸੀ। CIA ਤੇ FBI ਨੂੰ ਵੀ ਨਹੀਂ, ਜਿਨ੍ਹਾਂ ਕੋਲ ਸੂਹਾਂ ਤੇ ਸਾਜ਼ਿਸ਼ਾਂ ਲਈ ਪ੍ਰਾਪਤ ਵਸੀਲਿਆਂ ਦਾ ਕੋਈ ਪਾਰਾਵਾਰ ਨਹੀਂ, ਪਰ ਜਿਨ੍ਹਾਂ ਦੇ ਐਨ ਨੱਕ ਹੇਠ ਅਲ-ਕਾਇਦਾ ਦੇ ਬੰਦੇ ਚੜ੍ਹਦੀ ਸਦੀ ਦੇ ਪਹਿਲੇ ਸਾਲ ਦੀ 9 ਸਤੰਬਰ ਦੀਆਂ ਤਬਾਹਕੁੰਨ ਵਾਰਦਾਤਾਂ ਲਈ ਸਾਲਾਂ ਬੱਧੀ ਤਿਆਰੀਆਂ ਕਰਦੇ ਰਹੇ, ਜਿਨ੍ਹਾਂ ਵਿੱਚ ਹਵਾਬਾਜ਼ੀ ਦੀ ਲੰਮੀ ਟ੍ਰੇਨਿੰਗ ਵੀ ਸ਼ਾਮਲ ਸੀ। ਇੱਥੇ ਹੁਣ ਵਰਲਡ ਟ੍ਰੇਡ ਸੈਂਟਰ ਜਿਹੜਾ ਅਮਰੀਕਾ ਦੇ ਵਿੱਚ ਸਥਿਤ ਸੀ ਉਹਦੇ ਉੱਤੇ ਕੀਤੇ ਗਏ ਅਲ-ਕਾਇਦਾ ਅਤੇ
ਤਾਲਿਬਾਨ ਵੱਲੋਂ ਹਮਲੇ ਬਾਰੇ ਗੱਲ ਹੋ ਰਹੀ ਹੈ ਕਿ ਉਹਦੀ ਟ੍ਰੇਨਿੰਗ ਅਮਰੀਕਾ ਦੇ ਸ਼ਹਿਰਾਂ ਵਿੱਚ ਹੀ ਚੱਲ ਰਹੀ ਸੀ। CIA ਤੇ FBI ਜਿਹੜੀਆਂ ਕਿ ਮੰਨੀਆਂ ਪ੍ਰਮੰਨੀਆਂ ਖੁਫੀਆ ਏਜੰਸੀਆਂ ਨੇ, ਇਹਨਾਂ ਨੂੰ ਵੀ ਉਹਨਾਂ ਦੀਆਂ ਤਿਆਰੀਆਂ ਦੀ ਭਿਣਕ ਨਹੀਂ ਲੱਗੀ। ਸੋ ਇਹੋ ਜਿਹਾ ਸਾਰਾ ਕੁਝ ਇਸ ਕਰਕੇ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਅਮਰੀਕਾ ਖੁਦ ਅਜਿਹੀਆਂ ਜਥੇਬੰਦੀਆਂ ਨੂੰ ਸ਼ਹਿ ਦਿੰਦੀ ਹੈ। ਅੱਗੇ ਲੇਖਕ ਲਿਖਦਾ ਹੈ ਕਿ ਇਹ ਵੱਡੀ ਗੱਲ ਨਹੀਂ ਕਿ ਅਮਰੀਕਾ ਨੂੰ ਤਕੜਾ ਝਟਕਾ ਦੇਣ ਦੀਆਂ ਗੋਂਦਾਂ ਅਲ-ਕਾਇਦਾ ਤੇ ਤਾਲਿਬਾਨ ਨੇ ਕਾਬਲ ਉੱਤੇ ਕਾਬਜ ਹੁੰਦਿਆਂ ਹੀ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਹੋਣ ਤੇ ਇਹਨਾਂ ਗੋਂਦਾਂ ਨੂੰ ਅੰਤਲੀ ਸ਼ੋਅ ਉਦੋਂ ਦਿੱਤੀ ਗਈ ਹੋਵੇ ਜਿਸ ਦਿਨ ਅਮਰੀਕਾ ਦੀ ਅਗਵਾਈ ਹੇਠ ਨਾਟੋ ਗੱਠਜੋੜ ਇੱਕ ਫੈਸਲਾ ਕਰ ਰਿਹਾ ਸੀ ਕਿ ਯੂਗੋਸਲਾਵੀਆ ਨਾਂ ਦੇ ਦੇਸ਼ ਦੀ ਅਖੰਡਤਾ ਨੂੰ ਅੰਤਿਮ ਤੌਰ ਤੇ ਤਬਾਹ ਕਰਨ ਦੇ ਮਨਸੂਬਿਆਂ ਨੂੰ ਸਿਰੇ ਚੜਾਉਣ ਲਈ ਕਿਸੇ ਕਾਸਵੋ ਦਹਿਸ਼ਤਗਰਦਾਂ ਦੀਆਂ ਨਿਸਫਲ ਕੋਸ਼ਿਸ਼ਾਂ ਉੱਤੇ ਟੇਕ ਰੱਖਣਾ ਠੀਕ ਨਹੀਂ ਹੋਵੇਗਾ। ਇਸ ਦੇ ਲਈ ਨਾਟੋ ਤਾਕਤਾਂ ਨੂੰ ਆਪ ਨੂੰ ਹੀ ਅੱਗੇ ਆ ਕੇ ਅਖੌਤੀ ਕਾਸਵੋ ਲਿਬਰੇਸ਼ਨ ਆਰਮੀ ਦੇ ਹਵਾਈ ਵਿੰਗ ਦਾ ਰੋਲ ਨਿਭਾਉਣਾ ਪਵੇਗਾ ਅਤੇ ਇਹ ਰੋਲ ਉਹਨਾਂ ਜਿਸ ਗਜ਼ਬ ਨਾਲ ਨਿਭਾਇਆ ਉਹ ਸਣੇ ਚੀਨ ਦੇ ਸਾਰੀ ਦੁਨੀਆ ਜਾਣਦੀ ਹੈ। ਜਿਸ ਢੰਗ ਨਾਲ ਆਜ਼ਾਦ ਸੰਸਾਰ ਤੇ ਮੂਲਵਾਦ ਇੱਕ ਦੂਜੇ ਦੇ ਲਈ ਠੁੰਮਣਾ ਸਾਬਤ ਹੁੰਦੇ ਰਹੇ, ਉਸ ਤੋਂ ਪੱਛਮੀ ਤਾਕਤਾਂ ਨੂੰ ਇਹ ਭੁਲੇਖਾ ਪੈਦਾ ਹੋਣਾ ਸੁਭਾਵਿਕ ਹੀ ਸੀ ਕਿ ਵਿਸ਼ਵ ਆਰਥਿਕ ਗਲਬੇ ਦੀ ਸਿਆਸਤ ਅਤੇ ਮੱਧਕਾਲੀਨ ਜ਼ਹਿਨੀਅਤ ਵਿੱਚੋਂ ਪੈਦਾ ਹੋਣ ਵਾਲੀ ਦਹਿਸ਼ਤਗਰਦੀ ਦੀ ਝੋਟੇਦਾਰੀ ਦੇਰ ਤੱਕ ਨਿਭੇਗੀ। ਪਰ ਨਾ ਅਜਿਹਾ ਹੋਣਾ ਸੀ ਤੇ ਨਾ ਹੀ ਹੋਇਆ। ਅਮਰੀਕੀ ਪ੍ਰਸ਼ਾਸਨ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਸ ਦੀ ਆਰਥਿਕ ਸ਼ਕਤੀ ਦੇ ਚਿੰਨ੍ਹ ਸੰਸਾਰ ਵਪਾਰ ਟਾਵਰ ਅਤੇ ਇਸ ਦੇ ਬਾਹੂਬਲ ਦੇ ਨਿਸ਼ਾਨ ਪੈਂਟਾਗਨ ਭਵਨ ਮਲਬੇ ਦਾ ਢੇਰ ਬਣ ਗਏ ਅਤੇ ਹਜ਼ਾਰਾਂ ਅਨਭੁੱਲ ਜਾਨਾਂ ਇਹਨਾਂ ਦੇ ਮਲਬਿਆਂ ਦੇ ਹੇਠ ਦੱਬੀਆਂ ਗਈਆਂ। ਤਾਲਿਬਾਨ ਤੇ ਅਲ-ਕਾਇਦਾ ਨੇ ਅਮਰੀਕਾ ਨੂੰ ਹੀ ਆਪਣਾ ਪਹਿਲਾ ਨਿਸ਼ਾਨਾ ਬਣਾਉਣਾ ਕਿਉਂ ਜ਼ਰੂਰੀ ਸਮਝਿਆ? ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਵਰਤਾਰੇ ਨੇ ਅਜਿਹੇ ਤਜ਼ਾਦ ਸਾਹਮਣੇ ਲਿਆਂਦੇ ਹਨ ਜਿਹੜੇ ਹਾਸੋਹੀਣੇ ਵੀ ਹਨ ਤੇ ਦੁਖਦਾਈ ਵੀ। ਪਹਿਲੀ ਗੱਲ ਤਾਂ ਵਿਦਿਆਰਥੀਓ ਇਹ ਮੰਨਿਆ ਜਾਂਦਾ ਹੈ ਕਿ ਤਾਲਿਬਾਨ ਤੇ ਅਲ-ਕਾਇਦਾ ਨੂੰ ਪੈਦਾ ਕਰਨ ਵਾਲਾ ਅਮਰੀਕਾ ਖੁਦ ਹੀ ਹੈ। ਅਮਰੀਕਾ ਇਹਨਾਂ ਸ਼ਕਤੀਆਂ ਨੂੰ, ਗਰੁੱਪਾਂ ਨੂੰ, ਇਹਨਾਂ ਸਮੂਹਾਂ ਨੂੰ ਜਾਂ ਇਹਨਾਂ ਜਥੇਬੰਦੀਆਂ ਨੂੰ ਆਪਣੇ ਦੁਸ਼ਮਣਾਂ ਦੇ ਖਿਲਾਫ ਵਰਤਦਾ ਰਿਹਾ ਹੈ, ਪਰ ਉਹਨਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਸ਼ਕਤੀਆਂ ਜਾਂ ਇਹ ਜਥੇਬੰਦੀਆਂ ਉਹਨਾਂ ਖੁਦ ਦੇ ਖਿਲਾਫ ਹੀ ਹੋ ਜਾਣਗੀਆਂ। ਪਰ ਇਸ ਨੁਕਸਾਨ ਦੇ ਇਵਜ਼ ਵਜੋਂ ਜੋ ਅਮਰੀਕਾ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਨੀਤੀਆਂ ਅਪਣਾਈਆਂ, ਉਹ ਨੀਤੀਆਂ ਬਹੁਤੀਆਂ ਚੰਗੀਆਂ ਨਹੀਂ ਸਨ, ਬਲਕਿ ਉਹਨਾਂ ਨੀਤੀਆਂ ਨੂੰ ਅੰਜਾਮ ਦੇਣ ਲਈ ਹਾਸੋਹੀਣੇ ਕਾਰਨ ਲੱਭੇ ਗਏ ਤੇ ਹਾਸੋਹੀਣੀਆਂ ਹੀ ਗਤੀਵਿਧੀਆਂ ਕੀਤੀਆਂ ਗਈਆਂ। ਸੋ ਲੇਖਕ ਦੀ ਆਪਾਂ ਅੱਗੇ ਟਿੱਪਣੀ ਪੜ੍ਹਦੇ ਹਾਂ ਕਿ ਬੁਸ਼ ਬਨਾਮ ਲਾਦੇਨ ਦੇ ਇਸ ਵਰਤਾਰੇ ਦਾ ਇੱਕ ਹਾਸੋਹੀਣਾ ਪੱਖ ਇਹ ਹੈ ਕਿ ਜਿਸ ਦਹਿਸ਼ਤਗਰਦੀ ਦੇ ਖਿਲਾਫ ਅਮਰੀਕਾ 7 ਸਮੁੰਦਰੋਂ ਪਾਰ ਅਫਗਾਨਿਸਤਾਨ ਜਾ ਕੇ ਬਰੂਦ ਵਰਾ ਰਿਹਾ ਹੈ ਅਤੇ ਇਸ ਦੇ ਲਈ ਸਮੁੱਚੇ ਸੰਸਾਰ ਤੋਂ ਵਾਹ-ਵਾਹ ਦੀ ਆਸ ਰੱਖਦਾ ਹੈ, ਉਸੇ ਦਹਿਸ਼ਤਗਰਦੀ ਦੇ ਖਿਲਾਫ ਆਪਣੇ ਦੇਸ਼ ਦੇ ਅੰਦਰ ਲੜਨ ਲਈ ਯੂਗੋਸਲਾਵੀਆ ਦੇ ਸਲੋਬੋਦਨ ਮਿਲੋਸੇਵਿਚ ਨੂੰ ਜੰਗੀ ਮੁਜਰਮ ਗਰਦਾਨਿਆ ਜਾ ਰਿਹਾ ਹੈ। ਇੱਥੋਂ ਪਤਾ ਲੱਗ ਰਿਹਾ ਹੈ ਕਿ ਅਮਰੀਕਾ ਵੀ ਦੂਰੀ ਨੀਤੀ ਬਣਾ ਰਿਹਾ ਹੈ। ਸੋ ਅੱਗੇ ਆਪਾਂ ਪੜ੍ਹਦੇ ਹਾਂ ਕਿ ਜੇ ਜੰਗੀ ਮੁਜਰਮਾਂ ਦੀ ਗੱਲ ਤੋਰਨੀ ਹੋਵੇ ਤਾਂ ਦੂਜੀ ਸੰਸਾਰ ਜੰਗ ਦੇ ਅੰਤਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਦਾ ਕਿਹੜਾ ਪ੍ਰਧਾਨ ਜਾਂ ਪ੍ਰਸ਼ਾਸਨ ਹੈ ਜਿਸ ਨੂੰ ਜੰਗੀ ਜੁਰਮ ਲਈ ਦੋਸ਼ੀ ਕਰਾਰ ਨਾ ਦਿੱਤਾ ਜਾ ਸਕਦਾ ਹੋਵੇ? ਸ਼ਾਇਦ ਇਹੀ ਕਾਰਨ ਹੈ ਕਿ ਬੁਸ਼ ਪ੍ਰਸ਼ਾਸਨ ਨੇ ਕੌਮਾਂਤਰੀ ਕ੍ਰਿਮੀਨਲ ਕੋਰਟ ਬਾਰੇ ਸੰਧੀ ਤੋਂ ਆਪਣੇ ਹਸਤਾਖਰ ਵਾਪਸ ਲੈ ਲਏ ਹਨ। ਪਰ ਜੇ ਬੀਤੀਆਂ ਗੱਲਾਂ ਨੂੰ ਭੁੱਲ ਕੇ ਅੱਜ ਦੀ ਗੱਲ ਹੀ ਕਰਨੀ ਹੋਵੇ ਤਾਂ ਇਜ਼ਰਾਈਲ ਦਾ ਮੌਜੂਦਾ ਪ੍ਰਧਾਨ ਮੰਤਰੀ ਏਰੀਅਲ ਸ਼ੇਰਾਨ ਹੈ ਜਿਸ ਨੂੰ ਸਭ ਤੋਂ ਪਹਿਲਾਂ ਮੁਜਰਮਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੀ। ਇਸ ਪ੍ਰਧਾਨ ਮੰਤਰੀ ਨੇ ਬਹੁਤ ਅਤਿਆਚਾਰ ਕੀਤੇ। ਅੱਗੇ ਇਹਨਾਂ ਅਤਿਆਚਾਰਾਂ ਦੀ ਗੱਲ ਕੀਤੀ ਜਾ ਰਹੀ ਹੈ। ਏਰੀਅਲ ਸ਼ੇਰਾਨ ਨੇ ਪਿਛਲੇ ਦਿਨੀ ਫਲਸਤੀਨੀ ਖੇਤਰ ਉੱਤੇ ਫੌਜਾਂ ਚਾੜ ਕੇ ਜਨੀਨ ਸ਼ਰਨਾਰਥੀ ਕੈਂਪ ਵਿੱਚ ਜਿਹੜੀ ਭਿਆਨਕ ਕਤਲੋਗਾਰਤ ਕੀਤੀ, ਉਸ ਉੱਤੇ ਸੰਗੀਨ ਜੁਰਮਾਂ ਦੀ ਵਾਰਤਾ ਦਾ ਕੇਵਲ ਅੰਸ਼ ਮਾਤਰ ਹੀ ਹੈ। ਸ਼ੇਰਾਨ ਦੇ ਜੰਗੀ ਜੁਰਮਾਂ ਦੀ ਲਹੂ ਭਿੱਜੀ ਵਾਰਤਾ ਅੱਜ ਤੋਂ ਨਹੀਂ, ਕੱਲ ਤੋਂ ਨਹੀਂ, 50 ਸਾਲ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇਜ਼ਰਾਈਲੀ ਫੌਜ ਦਾ ਜਰਨੈਲ ਹੁੰਦਾ ਸੀ। ਜਨੀਨ ਵਿੱਚ ਉਸ ਦੀਆਂ ਫੌਜਾਂ ਨੇ ਉਹੀ ਕੁਝ ਦੁਹਰਾਇਆ ਜੋ ਕੁਝ ਉਹਨਾਂ 1953 ਵਿੱਚ ਪੱਛਮੀ ਵੈਸਟ ਬੈਂਕ ਦੇ ਪਿੰਡ ਕਿਬੀਆ ਵਿੱਚ ਕੀਤਾ ਸੀ। ਇਜ਼ਰਾਈਲ ਦੇ ਇਤਿਹਾਸਕ ਬੋਨੀ ਮੋਰਿਸ ਅਨੁਸਾਰ ਜਨਰਲ ਸ਼ੇਰਾਨ ਨੇ ਹੁਕਮ ਦਿੱਤਾ ਸੀ ਕਿ ਇਸ ਪਿੰਡ ਦੀ ਇੱਟ ਨਾਲ ਇੱਟ ਵਜਾ ਦਿਓ ਕਿਉਂਕਿ ਇੱਥੋਂ ਦੇ ਕੁਝ ਵਸਨੀਕਾਂ ਨੇ ਇਜ਼ਰਾਈਲੀ ਫੌਜੀਆਂ ਦੇ ਅੱਗੇ ਅੜਨ ਦੀ ਦਲੇਰੀ ਦਿਖਾਈ ਸੀ। ਅਮਰੀਕਾ ਦੇ ਟਾਈਮਜ਼ ਮੈਗਜ਼ੀਨ ਨੇ ਉਦੋਂ ਲਿਖਿਆ ਸੀ ਕਿ ਇਜ਼ਰਾਈਲੀ ਫੌਜਾਂ ਨੇ ਆਪਣੇ ਹੱਥ ਲੱਗਣ ਵਾਲੇ ਪਿੰਡਾਂ ਦੇ ਹਰ ਮਰਦ, ਔਰਤ ਤੇ ਬੱਚੇ ਨੂੰ ਕਤਲ ਕਰ ਦਿੱਤਾ ਸੀ ਅਤੇ ਇੱਕ ਸਕੂਲ ਸਮੇਤ 48 ਘਰਾਂ ਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ ਸੀ। ਕਿਬੀਆ ਦੇ ਜਿਨ੍ਹਾਂ ਲੋਕਾਂ ਨੇ ਘਰਾਂ ਵਿੱਚੋਂ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਗਲੀਆਂ ਵਿੱਚ ਘੇਰ ਕੇ ਗੋਲੀਆਂ ਨਾਲ ਭੰਨ ਦਿੱਤਾ ਗਿਆ ਸੀ। ਜਨੀਨ ਸ਼ਰਨਾਰਥੀ ਕੈਂਪ ਵਿੱਚ ਇਸਰਾਈਲੀ ਫੌਜਾਂ ਨੇ ਵਾਧੂ ਗੱਲ ਇਹ ਕੀਤੀ ਕਿ ਅਣਗਿਣਤ ਘਰਾਂ ਨੂੰ ਉਹਨਾਂ ਵਿੱਚ ਵਸਦੇ ਪਰਿਵਾਰਾਂ ਸਮੇਤ ਬੁਲਡੋਜ਼ਰ ਦੇ ਟੈਂਕ ਚਾੜ ਕੇ ਢਾਹ ਦਿੱਤਾ। ਸੋ ਇਸ ਪੈਰੇ ਵਿੱਚ ਦੱਸਿਆ ਗਿਆ ਹੈ ਕਿ ਅਜਿਹਾ ਹੀ ਨਹੀਂ ਕੀਤਾ, ਉਸ ਤੋਂ ਬਾਅਦ ਵੀ ਉਹਨਾਂ ਨੇ ਉੱਥੇ ਪੱਤਰਕਾਰ ਤੇ ਮੈਡੀਕਲ ਟੀਮਾਂ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਉੱਥੋਂ ਦੇ ਲੋਕਾਂ ਨੂੰ ਜ਼ਖਮੀ ਹੋ ਕੇ ਮਰਨ ਲਈ ਛੱਡ ਦਿੱਤਾ ਗਿਆ ਤੇ ਇਸ ਤਰੀਕੇ
ਤਰੀਕੇ ਨਾਲ ਉੱਥੇ ਬਹੁਤ ਬੁਰੀ ਤਰ੍ਹਾਂ ਲੋਕਾਂ ਦੀ ਮੌਤ ਹੋਈ। ਵੱਡੇ ਪੱਧਰ ਦੇ ਉੱਤੇ ਲਾਸ਼ਾਂ ਪਈਆਂ ਰਹੀਆਂ ਤੇ ਉਹਨਾਂ ਲਾਸ਼ਾਂ ਦੀ ਜਿਹੜੀ ਸੜਿਆਂਦ ਸੀਗੀ ਕਿੰਨਾ ਚਿਰ ਉੱਥੋਂ ਨਹੀਂ ਗਈ। ਜਨੀਨ ਇਸਰਾਈਲੀ ਫੌਜਾਂ ਹੱਥੋਂ ਹੋਂਦ ਵਿੱਚ ਆਉਣ ਵਾਲਾ ਨਸਲ ਘਾਤ ਦਾ ਇੱਕ ਹੋਰ ਖੂਨੀ ਉਦਾਹਰਨ ਬਣ ਗਿਆ ਹੈ। ਫਲਸਤੀਨੀ ਖੇਤਰ ਤੇ ਜਿਨ੍ਹਾਂ 7-8 ਹੋਰ ਸ਼ਹਿਰਾਂ ਦੇ ਕਸਬਿਆਂ ਉੱਤੇ ਇਸਰਾਈਲੀ ਫੌਜਾਂ ਨੇ ਕਬਜ਼ਾ ਕੀਤਾ ਸੀ, ਉੱਥੇ ਵੀ ਉਹਨਾਂ ਘੱਟ ਨਹੀਂ ਗੁਜ਼ਾਰੀ। ਜਦੋਂ ਕਦੇ ਵੀ ਇੰਨੀ ਥਾਈਂ ਹੋਏ ਵਾਪਰੇ ਦੀ ਪੂਰੀ ਤਸਵੀਰ ਸਾਹਮਣੇ ਆਈ, ਉਹ ਵਿਸਥਾਰ ਦੇ ਪੱਖੋਂ ਤਾਂ ਸ਼ਾਇਦ ਵੱਖਰੀ ਹੋਵੇਗੀ, ਪਰ ਅਤਿਆਚਾਰ ਦੇ ਪੱਖੋਂ ਜਨੀਨ ਨਾਲੋਂ ਘੱਟ ਘਿਨਾਉਣੀ ਨਹੀਂ ਹੋਵੇਗੀ। ਸੋ ਇਜ਼ਰਾਈਲੀ ਫੌਜਾਂ ਨੇ ਜਿੱਥੇ ਵੀ ਇਸ ਤਰ੍ਹਾਂ ਦੀਆਂ ਜੰਗੀ ਕਾਰਵਾਈਆਂ ਕੀਤੀਆਂ, ਉਹਨਾਂ ਕਾਰਵਾਈਆਂ ਦੇ ਵਿੱਚ ਉਹਨਾਂ ਨੇ ਬੁਰੀ ਤਰ੍ਹਾਂ ਜਾਨ ਅਤੇ ਮਾਲ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਸੋ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੀਆਂ ਰਾਜ ਵੱਲੋਂ, ਕਿਸੇ ਦੇਸ਼ ਵੱਲੋਂ ਜਾਂ ਕਿਸੇ ਰਾਜੇ ਵੱਲੋਂ ਜਾਂ ਕਿਸੇ ਮੰਤਰੀ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਫੌਜੀ ਕਾਰਵਾਈਆਂ ਵਿੱਚ ਮਾਰੇ ਗਏ ਲੋਕਾਂ ਦਾ ਅਦਾਲਤੀ ਕੇਸ ਹੈਗਾ, ਉਹ ਕਿਸੇ ਤਰੀਕੇ ਨਾਲ ਨਹੀਂ ਪੈਂਦਾ, ਹਾਲਾਂਕਿ ਪੈਣਾ ਚਾਹੀਦਾ ਹੈ। ਸੋ ਇੱਕ ਰਾਜਾ ਕਿੰਨੇ ਹੀ ਕਤਲਾਂ ਦਾ ਜ਼ਿੰਮੇਵਾਰ ਹੁੰਦਾ ਹੈ, ਪਰ ਕਿਉਂਕਿ ਉਹ ਰਾਜਾ ਹੁੰਦਾ ਹੈ ਇਸ ਕਰਕੇ ਉਹਨੂੰ ਸਭ ਕੁਝ ਮਾਫ ਹੁੰਦਾ ਹੈ ਤੇ ਉਹ ਜੋ ਕੁਝ ਕਰ ਰਿਹਾ ਹੁੰਦਾ ਹੈ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਆਪਣੇ ਰਾਜ ਲਈ ਕਰ ਰਿਹਾ ਹੈ, ਪਰ ਬੁਨਿਆਦੀ ਰੂਪ ਵਿੱਚ ਉਹ ਕਤਲੇਆਮ ਹੀ ਕਰ ਰਿਹਾ ਹੁੰਦਾ ਹੈ, ਇਸ ਕਰਕੇ ਉਹ ਇੱਕ ਮੁਜਰਮ ਵੀ ਹੁੰਦਾ ਹੈ। ਮਨੁੱਖਤਾ ਦਾ ਕਤਲ ਕਰਨ ਵਾਲਾ ਬੰਦਾ ਕਦੇ ਵੀ ਮੁਜਰਮ ਹੋਣ ਤੋਂ ਮੁਨਕਰ ਨਹੀਂ ਹੋ ਸਕਦਾ। ਅੱਗੇ ਇਸ ਲੇਖ ਵਿੱਚ ਲੇਖਕ ਨੇ ਵਿਚਾਰ ਦਿੱਤਾ ਹੈ ਕਿ ਇਸ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਕਾਫੀ ਅਨਾਨ ਸੁਰੱਖਿਆ ਕੌਂਸਲ ਦੀ ਹਦਾਇਤ ਉੱਤੇ ਜਿਹੜਾ 48 ਮਿਸ਼ਨ ਫਲਸਤੀਨ ਭੇਜਣਾ ਚਾਹੁੰਦੇ ਸਨ, ਉਸ ਦੇ ਲਈ ਇਸਰਾਈਲ ਸਰਕਾਰ ਆਪਣੇ ਇਹਨਾਂ ਦਾਅਵਿਆਂ ਦੇ ਬਾਵਜੂਦ ਨਹੀਂ ਮੰਨੀ ਕਿ ਜਨੀਨ ਵਿੱਚ ਉਸ ਦੀਆਂ ਫੌਜਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਨੂੰ ਉਹ ਢਕਣਾ ਚਾਹੁੰਦੀ ਹੋਵੇ। ਇਸ ਸਬੰਧ ਵਿੱਚ ਇਸਰਾਈਲ ਸਰਕਾਰ ਨੇ ਨਾ ਤਾਂ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਪਰਵਾਹ ਕੀਤੀ ਤੇ ਨਾ ਹੀ ਅੰਤਰਰਾਸ਼ਟਰੀ ਲੋਕ ਰਾਏ ਦੀ। ਹਰ ਕੋਈ ਜਾਣਦਾ ਸੀ ਕਿ ਨਿਰੇ ਸੁਰੱਖਿਆ ਕੌਂਸਲ ਦੇ ਮਤੇ ਬੇਕਾਰ ਹਨ ਜੇ ਅਮਰੀਕਾ ਇਸਰਾਈਲ ਉੱਤੇ ਦਬਾਅ ਨਹੀਂ ਪਾਉਂਦਾ ਕਿ ਉਹ 48 ਮਿਸ਼ਨ ਨੂੰ ਲੋੜੀਂਦੀ ਮਿਲਵਰਤਨ ਦੇਵੇ। ਅਜਿਹਾ ਦਬਾਅ ਨਾ ਅਮਰੀਕਾ ਨੇ ਪਾਉਣਾ ਸੀ ਤੇ ਨਾ ਹੀ ਪਾਇਆ ਤੇ ਇਹ ਮਿਸ਼ਨ ਵਿੱਚੇ ਹੀ ਰਹਿ ਗਿਆ। ਜੇ ਇਸਰਾਈਲ ਨੇ ਸੰਯੁਕਤ ਰਾਸ਼ਟਰ ਦੇ ਮਿਸ਼ਨ ਨੂੰ ਨਹੀਂ ਮੰਨਿਆ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਸ਼ਿਰਾਨ ਸਰਕਾਰ ਦਾ ਤੌਖਲਾ ਸੀ ਕਿ ਉਪਰੋਕਤ ਮਿਸ਼ਨ ਜਿਹੜੀ ਰਿਪੋਰਟ ਦੇਵੇਗਾ ਉਸ ਦੇ ਸਿੱਟੇ ਵਜੋਂ ਬਹੁਤ ਸਾਰੇ ਰਾਜਨੀਤਿਕ ਅਤੇ ਫੌਜੀ ਅਧਿਕਾਰੀਆਂ ਨੂੰ ਜੰਗੀ ਮੁਜਰਮਾਂ ਦੇ ਕਟਹਿਰੇ ਵਿੱਚ ਖੜੇ ਹੋਣਾ ਪਵੇਗਾ। ਇਸਰਾਈਲ ਸਰਕਾਰ ਨੇ ਆਪਣੇ ਇਸ ਅੰਦਰਲੇ ਡਰ ਦੀ ਗੱਲ ਨਾ ਕਰਨੀ ਸੀ ਤੇ ਨਾ ਹੀ ਕੀਤੀ, ਪਰ ਮੀਡੀਆ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਜੋ ਕੁਝ ਨਸ਼ਰ ਕੀਤਾ ਉਸ ਤੋਂ ਜ਼ਾਹਰ ਸੀ ਕਿ ਤਲਵੀਵ ਨੂੰ ਇਹੋ ਪਾਲਾ ਮਾਰ ਰਿਹਾ ਸੀ। ਇਜ਼ਰਾਈਲ ਨੇ ਜਿਹੜੀਆਂ ਗਤੀਵਿਧੀਆਂ ਕੀਤੀਆਂ, ਉਹਨਾਂ ਗਤੀਵਿਧੀਆਂ ਨੂੰ ਉਸ ਨੇ ਹੋਰ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਅਤੇ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੀਆਂ ਕੌਂਸਲਾਂ ਦੇ ਸਾਹਮਣੇ ਇਹੀ ਗੱਲ ਦੱਸੀ ਕਿ ਇਜ਼ਰਾਈਲ ਨੇ ਉਹੀ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਉਹਨਾਂ ਨੇ ਜੋ ਕੀਤਾ ਉਸ ਵਿੱਚੋਂ ਕੁਝ ਵੀ ਨਹੀਂ ਛੁਪਾਇਆ ਹੈ। ਇੱਥੋਂ ਬੱਚੇ ਇਹ ਸਾਬਤ ਹੁੰਦਾ ਹੈ ਕਿ ਕਿਸੇ ਵੀ ਦੇਸ਼ ਦੀਆਂ ਸਰਕਾਰਾਂ ਜੋ ਕਰਦੀਆਂ ਹਨ ਉਹਨੂੰ ਲੁਕਾਉਣ ਦੇ ਵਿੱਚ ਬੜੀਆਂ ਮਾਹਰ ਹੁੰਦੀਆਂ ਹਨ ਤੇ ਆਪਣੀਆਂ ਕੀਤੀਆਂ ਹੋਈਆਂ ਅਜਿਹੀਆਂ ਗਤੀਵਿਧੀਆਂ ਨੂੰ ਵੀ ਮਹਿਮਾਮਈ ਗਲੋਰੀਫਾਈ ਕਰਕੇ ਪੇਸ਼ ਕਰ ਦਿੰਦੀਆਂ ਹਨ, ਜਿਹੜੀਆਂ ਗਤੀਆਂ ਬੇਸਿਕਲੀ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹੁੰਦੀਆਂ। ਇੱਥੇ ਵੀ ਇਜ਼ਰਾਈਲੀਆਂ ਨੇ ਭਾਵੇਂ ਲੋਕਾਂ ਦਾ ਕਤਲੇਆਮ ਕੀਤਾ, ਪਰ ਉਹਨਾਂ ਨੇ ਇਸ ਨੂੰ ਆਪਣੇ ਦੇਸ਼ ਦੇ ਹਿੱਤਾਂ ਲਈ ਕੀਤੀ ਜਾਣ ਵਾਲੀ ਮਹੱਤਵਪੂਰਨ ਕਾਰਵਾਈ ਦੇ ਰੂਪ ਵਿੱਚ ਹੀ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਅੱਗੇ ਲੇਖਕ ਕਹਿੰਦਾ ਹੈ ਕਿ ਇਜ਼ਰਾਈਲੀ ਹਮਲੇ ਦਾ ਇੱਕ ਖਤਰਨਾਕ ਪੱਖ ਇਹ ਸੀ ਕਿ ਫਲਸਤੀਨੀ ਵਸੋਂ ਨੂੰ ਸਮੂਹਿਕ ਤੌਰ ਤੇ ਅਪਮਾਨਿਤ ਕੀਤਾ ਗਿਆ। ਫਲਸਤੀਨੀ ਲੋਕਾਂ ਨੂੰ ਰਾਜਨੀਤਿਕ ਅਗਵਾਈ ਤੋਂ ਵਾਂਝੇ ਕਰਨ ਦੀ ਵਾਹ ਲਾਈ ਗਈ ਤੇ ਜਿਸ ਫਲਸਤੀਨੀ ਅਥਾਰਟੀ ਨੇ ਭਵਿੱਖ ਵਿੱਚ ਸੁਤੰਤਰ ਰਾਜ ਦਾ ਆਧਾਰ ਬਣਨਾ ਹੈ, ਉਸ ਨੂੰ ਤਹਿਸ-ਨਹਿਸ ਕਰਨ ਵਿੱਚ ਕੋਈ ਕਸਰ ਨਾ ਛੱਡੀ ਗਈ। ਇਸ ਵਿਆਪਕ ਮਨਸੂਬੇ ਦੇ ਹਿੱਸੇ ਵਜੋਂ ਹੀ ਇਸਰਾਈਲੀ ਫੌਜਾਂ ਨੇ ਇਸਰਾਈਲੀ ਅਥਾਰਟੀ ਦੇ ਹੈੱਡਕੁਆਰਟਰ ਨੂੰ ਗਿਣ-ਮਿਥ ਕੇ ਮਿਸਾਈਲਾਂ ਤੇ ਗੋਲਾਬਾਰੀ ਦਾ ਨਿਸ਼ਾਨਾ ਬਣਾਇਆ ਅਤੇ ਬਾਅਦ ਵਿੱਚ ਇਸ ਨੂੰ ਟੈਂਕਾਂ ਨਾਲ ਘੇਰ ਕੇ ਚੇਅਰਮੈਨ ਯਾਸਰ ਅਰਾਫਾਤ ਤੇ ਹੋਰ ਅਧਿਕਾਰੀਆਂ ਨੂੰ ਇਮਾਰਤ ਦੀ ਇੱਕ ਨੁੱਕਰ ਵਿੱਚ ਤਾੜੀ ਰੱਖਿਆ, ਜਿੱਥੇ ਉਹਨਾਂ ਨੂੰ ਪਾਣੀ ਅਤੇ ਬਿਜਲੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਬਗੈਰ ਪੰਜਾਬ ਦੇ ਥਾਣਿਆਂ ਦੀਆਂ ਹਵਾਲਾਤਾਂ ਨਾਲੋਂ ਵੀ ਮਾੜੇ ਹਾਲਾਤ ਵਿੱਚ ਰਹਿਣਾ ਪਿਆ। ਸ਼ਿਰਾਨ ਨੂੰ ਇਸ ਗੱਲ ਦਾ ਕੋਈ ਲੁਕੋ ਨਹੀਂ ਕਿ ਉਸ ਨੂੰ ਆਫਰਾਤ ਨਾਲ ਰੋਗੀ ਹੱਦ ਤੱਕ ਚਿੜ ਹੈ। ਕੁਝ ਹੀ ਸਮਾਂ ਪਹਿਲਾਂ ਉਸਨੇ ਕਿਹਾ ਸੀ ਕਿ ਉਸ ਨੂੰ ਪਛਤਾਵਾ ਹੈ ਕਿ 1982 ਵਿੱਚ ਬੇਰੂਤ ਦੇ ਘੇਰੇ ਸਮੇਂ ਆਫਰਾਤ ਨੂੰ ਮਾਰ ਮੁਕਾਉਣ ਦਾ ਵਧੀਆ ਮੌਕਾ ਉਸ ਦੇ ਹੱਥ ਲੱਗਾ ਸੀ, ਜਿਸ ਨੂੰ ਉਹ ਗਵਾ ਬੈਠਾ। ਇਸ ਵਾਰ ਵੀ ਜੇ ਸ਼ਿਰਾਨ ਦਾ ਵੱਸ ਚੱਲਦਾ ਤਾਂ ਉਸਨੇ ਆਫਰਾਤ ਨਾਲ ਭਲੀ ਨਹੀਂ ਸੀ ਗੁਜ਼ਾਰਨੀ, ਪਰ ਉਸ ਨੂੰ ਮਾਰਨ ਮੁਕਾਉਣ ਤੋਂ ਛੁੱਟ ਇਸਰਾਈਲੀ ਪ੍ਰਧਾਨ ਮੰਤਰੀ ਨੇ ਉਸ ਨੂੰ ਨੀਵਾਂ ਦਿਖਾਉਣ ਲਈ ਜੋ ਕੁਝ ਹੋ ਸਕਦਾ ਸੀ ਕੀਤਾ। ਸ਼ਿਰਾਨ ਦੀ ਪੂਰੀ ਕੋਸ਼ਿਸ਼ ਸੀ ਕਿ ਜੇ ਅਰਾਫਾਤ ਨੂੰ ਸਰੀਰਕ ਤੌਰ ਤੇ ਨਹੀਂ ਤਾਂ ਰਾਜਨੀਤਿਕ ਤੌਰ ਤੇ ਜ਼ਰੂਰ ਖਤਮ ਕਰ ਦਿੱਤਾ ਜਾਏ। ਉਸ ਵੱਲੋਂ ਇਹ ਕੋਸ਼ਿਸ਼ ਅਜੇ ਤੱਕ ਜਾਰੀ ਹੈ। ਲੱਗਦੇ ਹੱਥ 1982 ਵਿੱਚ ਬੇਰੂਤ
ਦੇ ਘੇਰੇ ਦਾ ਜ਼ਿਕਰ ਕਰ ਦੇਣਾ ਵੀ ਨਾਮੁਨਾਸਿਬ ਨਹੀਂ ਹੋਵੇਗਾ। ਸ਼ੇਰਾਨ ਉਦੋਂ ਇਸਰਾਈਲ ਦਾ ਰੱਖਿਆ ਮੰਤਰੀ ਹੁੰਦਾ ਸੀ। ਬੇਰੂਤ ਦਾ ਘੇਰਾ ਉਸ ਘਟਨਾ ਲੜੀ ਦਾ ਹਿੱਸਾ ਹੈ ਜਿਹੜੀ ਲਿਬਨਾਨ ਉੱਤੇ ਇਸਰਾਈਲੀ ਹਮਲੇ ਨਾਲ ਸ਼ੁਰੂ ਹੋਈ ਸੀ। ਇਸ ਹਮਲੇ ਦੇ ਆਰੰਭ ਵਿੱਚ ਇਸਰਾਈਲੀ ਫੌਜਾਂ ਨੂੰ ਯਾਨ ਹਿਲਵੇ ਸ਼ਰਨਾਰਥੀ ਕੈਂਪ ਉੱਤੇ ਕਬਜ਼ਾ ਕਰਨ ਸਮੇਂ ਫਲਸਤੀਨੀ ਹੱਥੋਂ ਟਾਕਰੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਜਵਾਬ ਵਿੱਚ ਇਸਰਾਈਲੀ ਫੌਜਾਂ ਨੇ ਇਸ ਕੈਂਪ ਉੱਤੇ ਇੰਨੀ ਸਖਤ ਗੋਲਾਬਾਰੀ ਤੇ ਬੰਬਾਰੀ ਕੀਤੀ ਸੀ ਕਿ ਇਸਰਾਈਲੀ ਅਖਬਾਰ ਯਰੂਸ਼ਲਮ ਪੋਸਟ ਦੇ ਪੱਤਰ ਪ੍ਰੇਰਕ ਅਨੁਸਾਰ ਕੈਂਪਾਂ ਦਾ 2 ਮੁਰੱਬਾ ਮੀਲ ਦਾ ਪੂਰਾ ਰਕਬਾ ਮਲਬੇ ਦਾ ਢੇਰ ਬਣ ਗਿਆ ਸੀ। ਸੋ ਇਹਨਾਂ ਗੱਲਾਂ ਤੋਂ ਵਿਦਿਆਰਥੀਓ ਪਤਾ ਲੱਗਦਾ ਹੈ ਕਿ ਇਸਰਾਈਲ ਜਾਂ ਅਮਰੀਕਾ ਕੋਈ ਵੀ ਦੇਸ਼ ਹੋਵੇ ਜਿੱਥੇ ਉਹਨਾਂ ਦਾ ਆਪਣਾ ਗਲਬਾ ਸਥਾਪਿਤ ਹੁੰਦਾ ਹੈ, ਉੱਥੇ ਉਹ ਆਪਣਾ ਗਲਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣਾ ਗਲਬਾ ਸਥਾਪਿਤ ਕਰਨ ਲਈ ਉਹਨਾਂ ਨੂੰ ਭਾਵੇਂ ਜੰਗੀ ਕਾਰਵਾਈ ਕਰਨੀ ਪਵੇ ਤੇ ਜਾਂ ਫਿਰ ਉਹਨਾਂ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਆਰਥਿਕ ਜਾਂ ਰਾਜਨੀਤਿਕ ਕਾਰਵਾਈ ਕਰਨੀ ਪਵੇ, ਉਹ ਪਿੱਛੇ ਨਹੀਂ ਹਟਦੇ। ਅੱਗੇ ਲੇਖਕ ਨੇ ਦੱਸਿਆ ਹੈ ਕਿ ਇਸ ਵਾਰਤਾ ਦਾ ਅਗਲਾ ਖੂਨੀ ਕਾਂਡ ਛੇਤੀ ਹੀ ਪਿੱਛੋਂ ਵਾਪਰਿਆ ਜਦੋਂ ਇਸਰਾਈਲੀ ਫੌਜਾਂ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਪੱਛਮੀ ਹਿੱਸੇ ਨੂੰ ਘੇਰਾ ਪਾਇਆ। ਇੱਥੇ ਫਲਸਤੀਨੀ ਟਾਕਰੇ ਨੂੰ ਤੋੜਨ ਲਈ ਇਸਰਾਈਲੀ ਫੌਜਾਂ ਨੇ ਜਿੰਨੀ ਭਿਆਨਕ ਗੋਲਾਬਾਰੀ ਤੇ ਬੰਬਾਰੀ ਕੀਤੀ ਸੀ ਉਸ ਬਾਰੇ ਵਾਸ਼ਿੰਗਟਨ ਪੋਸਟ ਦੇ ਪੱਤਰ ਪ੍ਰੇਰਕ ਨੇ ਲਿਖਿਆ ਸੀ ਕਿ ਇਹ ਪੱਛਮੀ ਬੇਰੂਤ ਨੂੰ ਇੰਨੀ ਹੌਲਨਾਕ ਤੇ ਬੇਕਿਰਕ ਸਜ਼ਾ ਸੀ ਕਿ ਇਸ ਨੂੰ ਕੇਵਲ ਦਹਿਸ਼ਤਗਰਦੀ ਦਾ ਨਾਂ ਹੀ ਦਿੱਤਾ ਜਾ ਸਕਦਾ ਹੈ। ਜਿਹੜੇ ਦੇਸ਼ ਹੁੰਦੇ ਹਨ ਜਦੋਂ ਇਹ ਦੂਸਰੇ ਕਿਸੇ ਦੇਸ਼ ਉੱਤੇ ਹਮਲਾ ਕਰਦੇ ਹਨ ਤਾਂ ਇਸ ਨੂੰ ਦਹਿਸ਼ਤਗਰਦੀ ਦਾ ਨਾਂ ਹੀ ਦੇਣਾ ਚਾਹੀਦਾ ਹੈ। ਜੇਕਰ ਉਹ ਆਮ ਲੋਕਾਂ ਦਾ ਕਤਲੇਆਮ ਕਰਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਦਾ, ਸਕੂਲਾਂ ਦਾ ਜਾਂ ਹੋਰ ਅਜਿਹੀਆਂ ਸੰਸਥਾਵਾਂ ਦਾ ਨੁਕਸਾਨ ਕਰਦੇ ਹਨ। ਅੱਗੇ ਲੇਖਕ ਦੱਸਦਾ ਹੈ ਕਿ ਲਿਬਨਾਨੀ ਅਧਿਕਾਰੀਆਂ ਅਨੁਸਾਰ ਇਸਰਾਈਲੀ ਗੋਲਾਬਾਰੀ ਦੇ ਸਿੱਟੇ ਵਜੋਂ ਪੱਛਮੀ ਬੇਰੂਤ ਵਿੱਚ 5525 ਫਲਸਤੀਨੀ ਮਾਰੇ ਗਏ ਸਨ ਅਤੇ 11,139 ਜ਼ਖਮੀ ਹੋਏ ਸਨ। ਅੰਤਰਰਾਸ਼ਟਰੀ ਰੈੱਡ ਕਰਾਸ ਨੇ ਕਿਹਾ ਸੀ ਕਿ ਮਰਨ ਤੇ ਜ਼ਖਮੀ ਹੋਣ ਵਾਲਿਆਂ ਵਿੱਚ 80% ਨਿਹੱਥੇ ਲੋਕ ਸਨ। ਸੋ ਜ਼ਾਹਰ ਹੈ ਕਿ ਇਜ਼ਰਾਈਲੀ ਹਮਲਿਆਂ ਦੇ ਵਿੱਚ ਫਲਸਤੀਨੀ ਲੋਕਾਂ ਦਾ ਜਿਹੜਾ ਕਤਲੇਆਮ ਹੋਇਆ, ਆਮ ਲੋਕਾਂ ਦਾ ਜਿਹੜਾ ਕਤਲੇਆਮ ਹੋਇਆ, ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਗਤੀਵਿਧੀਆਂ ਕਰਕੇ ਹੀ ਇਜ਼ਰਾਈਲ ਵਰਗੇ ਦੇਸ਼ਾਂ ਨੂੰ ਦਹਿਸ਼ਤਗਰਦੀ ਦੇਸ਼ ਕਹਿਣਾ ਜਾਂ ਦਹਿਸ਼ਤਗਰਦ ਕਹਿਣਾ ਕੋਈ ਮਾੜੀ ਗੱਲ ਜਾਂ ਕੋਈ ਗਲਤ ਗੱਲ ਨਹੀਂ ਹੋਵੇਗੀ। ਸਤੰਬਰ 1982 ਵਿੱਚ ਲਿਬਨਾਨ ਵਿੱਚ ਸਾਬਰਾ ਤੇ ਸ਼ਤੀਲਾ ਫਲਸਤੀਨੀ ਸ਼ਰਨਾਰਥੀ ਕੈਂਪਾਂ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਇਸੇ ਵਾਰਤਾ ਦਾ ਇੱਕ ਹੋਰ ਕਾਂਡ ਸੀ। ਉਸ ਵਿੱਚ ਮਰਨ ਵਾਲਿਆਂ ਦੀ ਗਿਣਤੀ 700 ਤੋਂ 3000 ਤੱਕ ਦੱਸੀ ਜਾਂਦੀ ਹੈ। ਇਸ ਵਿੱਚ ਬਹੁਤੀਆਂ ਔਰਤਾਂ ਦੇ ਬੱਚੇ ਸਨ। ਇਸ ਕਤਲੇਆਮ ਲਈ ਇਸਰਾਈਲ ਦੇ ਆਪਣੇ ਪੜਤਾਲੀਆ ਕਮਿਸ਼ਨ ਨੇ ਸ਼ੇਰਾਨ ਨੂੰ ਦੋਸ਼ੀ ਠਹਿਰਾਇਆ ਸੀ। ਭਾਵੇਂ ਰਾਜਨੀਤਿਕ ਪੱਧਰ ਤੇ ਅਜਿਹੀ ਦੂਸ਼ਣਬਾਜ਼ੀ ਚੱਲਦੀ ਰਹਿੰਦੀ ਹੈ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਜ਼ਰਾਈਲ ਵਰਗੇ ਦੇਸ਼ ਬਾਕੀ ਦੇਸ਼ਾਂ ਉੱਪਰ ਆਪਣਾ ਗਲਬਾ ਕਿਵੇਂ ਸਥਾਪਿਤ ਕਰਦੇ ਹਨ। ਸ਼ੇਰਾਨ ਬਾਰੇ BBC ਵੱਲੋਂ ਬਣਾਈ ਗਈ ਜਿਹੜੀ ਦਸਤਾਵੇਜ਼ੀ ਫਿਲਮ ਇਸ ਵੇਲੇ ਕੁਝ ਪੱਛਮੀ TV ਸਟੇਸ਼ਨਾਂ ਉੱਤੇ ਦਿਖਾਈ ਜਾ ਰਹੀ ਹੈ, ਉਸ ਬਾਰੇ ਟੋਰਾਂਟੋ ਸਟਾਰ ਦੀ TV ਟਿੱਪਣੀਕਾਰ ਐਂਟੋਨੀਆ ਜਰਬੀਸੀਆਸ ਨੇ ਲਿਖਿਆ ਹੈ ਕਿ ਇਹ ਫਿਲਮ ਹੋਰ ਜੋ ਕੁਝ ਵੀ ਹੈ, ਇੱਕ ਗੱਲ ਨਿਸ਼ਚਿਤ ਤੌਰ ਤੇ ਸਪਸ਼ਟ ਹੈ ਅਤੇ ਉਹ ਇਹ ਹੈ ਕਿ ਸ਼ੇਰਾਨ ਨੂੰ ਬਿਨਾਂ ਸ਼ੱਕ ਜੰਗੀ ਮੁਜਰਮ ਠਹਿਰਾਇਆ ਜਾ ਸਕਦਾ ਹੈ। ਪਰ ਅੰਤਰਰਾਸ਼ਟਰੀ ਨਿਆਂ ਦੇ ਤਕਾਜ਼ਿਆਂ ਦੀ ਪਰਵਾਹ ਕੌਣ ਕਰਦਾ ਹੈ ਜਦੋਂ ਸ਼ੇਰਾਨ ਦੇ ਸਿਰ ਉੱਤੇ ਅਮਰੀਕਾ ਵਰਗੇ ਸਾਈਂ ਦਾ ਹੱਥ ਹੋਵੇ। ਪੱਛਮੀ ਏਸ਼ੀਆ ਬਾਰੇ ਬੁਸ਼ ਦੀ ਨੀਤੀ ਸ਼ੇਰਾਨ ਦੀ ਨੀਤੀ ਨਾਲੋਂ ਵੱਖਰੀ ਨਹੀਂ। ਇਜ਼ਰਾਈਲੀ ਹਮਲੇ ਬਾਰੇ ਬੁਸ਼ ਪਿਛਲੇ ਦਿਨੀ ਆਪਣੇ ਬਿਆਨ ਤੋਂ ਜਿਸ ਤੇਜ਼ੀ ਨਾਲ ਪਿੱਛੇ ਹਟਿਆ, ਉਸ ਬਾਰੇ ਇੱਕ ਅਮਰੀਕੀ ਟਿੱਪਣੀਕਾਰ ਨੇ ਕਿਹਾ ਸੀ ਕਿ ਇੰਜ ਜਾਪਦਾ ਹੈ ਜਿਵੇਂ ਬੁਸ਼ ਆਪਣਾ ਵਿਰੋਧ ਆਪ ਹੀ ਕਰ ਰਿਹਾ ਹੋਵੇ। ਸੋ ਅੰਤਰਰਾਸ਼ਟਰੀ ਪੱਧਰ ਤੇ ਵਾਪਰਨ ਵਾਲੀਆਂ ਅਜਿਹੀਆਂ ਰਾਜਨੀਤਿਕ ਘਟਨਾਵਾਂ ਆਮ ਬੰਦੇ ਦੀ ਸਮਝ ਵਿੱਚ ਆਉਣ ਵਾਲੀਆਂ ਨਹੀਂ ਹੁੰਦੀਆਂ, ਪਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਸਿਰਫ ਇਸ ਕਰਕੇ ਦਿੱਤਾ ਜਾਂਦਾ ਹੈ ਤਾਂ ਕਿ ਤੀਜੀ ਦੁਨੀਆ ਦੇ ਦੇਸ਼ਾਂ ਉੱਪਰ ਆਪਣਾ ਗਲਬਾ ਸਥਾਪਿਤ ਕੀਤਾ ਜਾ ਸਕੇ। ਲੇਖਕ ਅੱਗੇ ਲਿਖਦਾ ਹੈ ਕਿ ਸ਼ੇਰਾਨ ਦੀ ਇਸ ਦਲੀਲ ਨੂੰ ਸਿਵਾਏ ਬੁਸ਼ ਦੇ ਹੋਰ ਕਿਸੇ ਨਹੀਂ ਮੰਨਿਆ ਕਿ ਫਲਸਤੀਨੀਆਂ ਵਿਰੁੱਧ ਉਸ ਦੀ ਲੜਾਈ ਉਸੇ ਤਰ੍ਹਾਂ ਦੀ ਹੈ ਜਿਹੋ ਜਿਹੀ ਲੜਾਈ ਅਮਰੀਕਾ, ਤਾਲਿਬਾਨ ਅਤੇ ਅਲ-ਕਾਇਦਾ ਜਿਹੇ ਮੂਲਵਾਦੀ ਅੰਸ਼ਾਂ ਵਿਰੁੱਧ ਲੜ ਰਿਹਾ ਹੈ। ਹਕੀਕਤ ਇਹ ਹੈ ਕਿ ਇਜ਼ਰਾਈਲੀ ਮੂਲਵਾਦੀਆਂ ਨੇ ਜੇ ਕਿਸੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਹੈ ਫਲਸਤੀਨੀਆਂ ਦਾ ਕਾਜ਼। ਫਲਸਤੀਨ ਤੇ ਅਲ-ਕਾਇਦਾ ਦੇ ਮੰਤਵਾਂ ਵਿੱਚ ਉਤਨਾ ਹੀ ਫਰਕ ਹੈ ਜਿੰਨਾ ਦਿਨ ਤੇ ਰਾਤ ਵਿੱਚ। ਜਿੱਥੇ ਅਲ-ਕਾਇਦਾ ਤੇ ਤਾਲਿਬਾਨ ਦਾ ਏਜੰਡਾ ਇਹ ਹੈ ਕਿ ਜੇ ਸਮੁੱਚੇ ਸੰਸਾਰ ਉੱਤੇ ਨਹੀਂ ਤਾਂ ਘੱਟੋ ਘੱਟ ਸਮੁੱਚੇ ਇਸਲਾਮੀ ਸੰਸਾਰ ਉੱਤੇ ਨਿਸ਼ਚੇ ਹੀ ਆਪਣੀ ਸਰਦਾਰੀ ਹੇਠ ਆਪਣੀ ਸੋਚ ਵਾਲਾ ਸੌੜਾ ਇਸਲਾਮੀ ਸਮਾਜੀ ਪ੍ਰਬੰਧ ਕਾਇਮ ਕੀਤਾ ਜਾਏ, ਪਰ ਫਲਸਤੀਨੀ ਆਪਣੀ ਲੜਾਈ ਨੂੰ ਬਿਨ ਲਦੇਨ ਦੇ ਜਨੂਨੀ ਜਹਾਂਗੀਰ ਮਨਸੂਬਿਆਂ ਨਾਲ ਨਹੀਂ ਜੋੜਦੇ ਤੇ ਨਾ ਹੀ ਇਸ ਨੂੰ ਇਸਲਾਮੀ ਜਹਾਦ ਦਾ ਹਿੱਸਾ ਮੰਨਦੇ ਹਨ। ਇਹ ਗੱਲ ਅਮਰੀਕੀ ਟਿੱਪਣੀਕਾਰ ਵੀ ਮੰਨਦੇ ਹਨ
ਕਿ ਫਲਸਤੀਨੀ ਸੰਘਰਸ਼ ਦਾ ਖਾਸਾ ਬੁਨਿਆਦੀ ਤੌਰ ਤੇ ਸੈਕੂਲਰ ਹੈ। ਉਹਨਾਂ ਨੇ ਸੰਘਰਸ਼ ਦਾ ਇੱਕੋ ਇੱਕ ਮੰਤਵ ਹੈ ਕਿ ਅੱਜ ਤੋਂ 5 ਦਹਾਕੇ ਪਹਿਲਾਂ ਇਸਰਾਈਲ ਦੀ ਕਾਇਮੀ ਸਮੇਂ ਫਲਸਤੀਨੀਆਂ ਨੂੰ ਉਹਨਾਂ ਦੀ ਜਿਸ ਭੂਮੀ ਤੋਂ ਉਜਾੜਿਆ ਗਿਆ ਸੀ, ਜੇ ਉਸ ਸਾਰੀ ਭੂਮੀ ਉੱਤੇ ਨਹੀਂ ਤਾਂ ਘੱਟੋ ਘੱਟ ਉਸਦੇ ਉਸ ਹਿੱਸੇ ਵਿੱਚ ਉਹਨਾਂ ਨੂੰ ਆਜ਼ਾਦੀ ਅਤੇ ਗੌਰਵ ਨਾਲ ਜਿਉਣ ਦਾ ਹੱਕ ਹੋਵੇ, ਜਿਸ ਨੂੰ ਕੌਮਾਂਤਰੀ ਭਾਈਚਾਰਾ ਅਜਿਹਾ ਖੇਤਰ ਮੰਨ ਚੁੱਕਾ ਹੈ ਜਿਸ ਦੇ ਨੇੜੇ ਭਵਿੱਖ ਵਿੱਚ ਆਜ਼ਾਦ ਫਲਸਤੀਨੀ ਰਾਜ ਦਾ ਦਰਜਾ ਹਾਸਲ ਕਰਨਾ ਹੈ। ਪਰ ਇਸਰਾਈਲੀਆਂ ਨੇ ਇਸ ਗੱਲ ਵਿੱਚ ਵੀ ਬਹੁਤਾ ਵੱਡਾ ਅੜਿੱਕਾ ਡਾ ਰੱਖਿਆ ਹੈ। ਵੈਸਟ ਬੈਂਕ ਤੇ ਗਾਜ਼ਾ ਪੱਟੀ ਦੇ ਫਲਸਤੀਨੀ ਖੇਤਰ ਵਿੱਚ ਵੀ ਇਸਰਾਈਲ ਨੇ ਆਪਣੀਆਂ ਬਸਤੀਆਂ ਵਸਾ ਦਿੱਤੀਆਂ ਹਨ। ਪਿਛਲੇ ਕੁਝ ਹੀ ਸਮੇਂ ਵਿੱਚ ਉੱਥੇ ਵਸੇ ਗਏ ਇਸਰਾਈਲੀਆਂ ਦੀ ਗਿਣਤੀ 2 ਲੱਖ ਤੱਕ ਪਹੁੰਚ ਗਈ ਹੈ। ਇਸਰਾਈਲ ਇਹਨਾਂ ਬਸਤੀਆਂ ਨੂੰ ਖਾਲੀ ਕਰਨ ਲਈ ਤਿਆਰ ਨਹੀਂ। ਇਹ ਬਸਤੀਆਂ ਵੀ ਮੁੱਖ ਤੌਰ ਤੇ ਉਦੋਂ ਵਸਣੀਆਂ ਸ਼ੁਰੂ ਹੋਈਆਂ ਜਦੋਂ ਸ਼ੇਰਾਨ ਇਸਰਾਈਲ ਦਾ ਹਾਊਸਿੰਗ ਮੰਤਰੀ ਸੀ। ਜੇ ਇਹ ਬਸਤੀਆਂ ਨਹੀਂ ਹਟਾਈਆਂ ਜਾਂਦੀਆਂ ਤਾਂ ਫਲਸਤੀਨੀਆਂ ਤੋਂ ਨਾ ਸਿਰਫ ਜ਼ਰਖੇਜ਼ ਜ਼ਮੀਨ ਤੇ ਪਾਣੀ ਦੇ ਸੋਮੇ ਖੁੱਸ ਜਾਣਗੇ, ਸਗੋਂ ਫਲਸਤੀਨ ਦੀ ਭੂਗੋਲਿਕ ਅਖੰਡਤਾ ਵੀ ਟੁੱਟ ਜਾਏਗੀ ਅਤੇ ਉਹਨਾਂ ਕੋਲ ਪੰਜਾਬ ਦੀ ਸਾਬਕਾ ਰਿਆਸਤ ਜੀਂਦ ਜਿੰਨਾ ਇਲਾਕਾ ਹੀ ਰਹਿ ਜਾਏਗਾ। ਹਾਲ ਹੀ ਵਿੱਚ ਨਿਊਯਾਰਕ ਟਾਈਮਜ਼ ਅਖਬਾਰ ਨੇ ਆਪਣੀ ਸੰਪਾਦਕੀ ਵਿੱਚ ਨਵੀਨ ਇਜ਼ਰਾਈਲੀ ਬਸਤੀਆਂ ਹਟਾਉਣ ਬਾਰੇ ਸ਼ੇਰਾਨ ਦੇ ਹੈਂਕੜ ਭਰੇ ਵਤੀਰੇ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਇਸ ਨੂੰ ਪੱਛਮੀ ਏਸ਼ੀਆਈ ਸਮਿਆਂ ਦੇ ਹੱਲ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਕਰਾਰ ਦਿੱਤਾ ਹੈ। ਇੱਥੇ ਇਹ ਦੱਸ ਦੇਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ ਕਿ ਨਿਊਯਾਰਕ ਟਾਈਮਜ਼ ਇਸਰਾਈਲ ਦਾ ਤਕੜਾ ਹਮਾਇਤੀ ਗਿਣਿਆ ਜਾਂਦਾ ਹੈ। ਮੇਰੇ ਖਿਆਲ ਵਿੱਚ ਵਿਦਿਆਰਥੀਓ, ਤੁਹਾਨੂੰ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ ਜਾ ਰਹੀਆਂ ਹੋਣਗੀਆਂ। ਜਿਸ ਤਰੀਕੇ ਨਾਲ ਅਮਰੀਕਾ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦਾ ਹੈ, ਉਸੇ ਤਰੀਕੇ ਨਾਲ ਇਜ਼ਰਾਈਲ ਵੀ ਆਪਣੇ ਨਾਲ ਲੱਗਦੇ ਉਹਨਾਂ ਦੇਸ਼ਾਂ ਉੱਪਰ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦਾ ਹੈ ਜਿਹੜੇ ਫੌਜ ਦੇ ਪੱਖ ਤੋਂ ਕਮਜ਼ੋਰ ਹਨ ਅਤੇ ਆਰਥਿਕ ਪੱਖ ਤੋਂ ਉਹਨਾਂ ਦੀ ਆਰਥਿਕਤਾ ਨੂੰ ਕਾਇਮ ਕਰਨ ਲਈ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋ ਸਕਦੇ ਹਨ। ਸੋ ਭਾਵੇਂ ਇਹਨਾਂ ਸਾਰੀਆਂ ਗੱਲਾਂ ਨੂੰ ਰਾਜਨੀਤਿਕ ਗਤੀਵਿਧੀਆਂ ਦਾ ਨਾਂ ਦੇ ਦਿੱਤਾ ਜਾਵੇ, ਪਰ ਸਾਰੇ ਦੇਸ਼ ਇੱਕ ਦੂਜੇ ਉੱਪਰ ਗਲਬਾ ਇਸ ਕਰਕੇ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਕਿ ਇਹਨਾਂ ਦੇਸ਼ਾਂ ਨੂੰ ਉਹ ਮੰਡੀਆਂ ਦੇ ਰੂਪ ਵਿੱਚ ਵਿਕਸਿਤ ਕਰ ਸਕਣ ਅਤੇ ਆਪਣੇ ਮੁਨਾਫਿਆਂ ਵਿੱਚ ਵਾਧਾ ਕਰ ਸਕਣ। ਅੱਗੇ ਲੇਖ ਲਿਖਦਾ ਹੈ ਕਿ ਇਹ ਠੀਕ ਹੈ ਕਿ ਹਰ ਸਮਾਜੀ ਸਮੂਹ ਵਾਂਗ ਫਲਸਤੀਨੀਆਂ ਵਿੱਚ ਵੀ ਮੂਲਵਾਦੀ ਅੰਸ਼ ਮੌਜੂਦ ਹਨ, ਪਰ ਉਹਨੇ ਨਹੀਂ ਜਿੰਨੇ ਇਜ਼ਰਾਈਲ ਵਿੱਚ ਹਨ। ਸ਼ੇਰਾਨ ਦਾ ਪ੍ਰਧਾਨ ਮੰਤਰੀ ਹੋਣਾ ਹੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਇਜ਼ਰਾਈਲ ਵਿੱਚ ਯਹੂਦੀ ਮੂਲਵਾਦੀ ਅੰਸ਼ ਰਾਜਨੀਤੀ ਉੱਤੇ ਪ੍ਰਭਾਵ ਪਾਉਣ ਦੀ ਕਿੰਨੀ ਜ਼ਬਰਦਸਤ ਸਥਿਤੀ ਵਿੱਚ ਹਨ। ਕੁਝ ਸਾਲ ਪਹਿਲਾਂ ਜਿਸ ਇਜ਼ਰਾਈਲੀ ਪ੍ਰਧਾਨ ਮੰਤਰੀ ਯਿਜ਼ਹਾਕ ਰਬੀਨ ਨੇ ਫਲਸਤੀਨੀ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਰੁਚੀ ਦਿਖਾਈ ਸੀ, ਉਸ ਨੂੰ ਇੱਕ ਜਨੂੰਨੀ ਯਹੂਦੀ ਹੱਥੋਂ ਗੋਲੀ ਦਾ ਨਿਸ਼ਾਨਾ ਬਣਨਾ ਪਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਵਿੱਚ ਅਜਿਹੇ ਲੋਕ ਵੀ ਮੌਜੂਦ ਹਨ ਜਿਹੜੇ ਪੱਛਮੀ ਏਸ਼ੀਆਈ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੇ ਇਛੁਕ ਹਨ ਅਤੇ ਇਜ਼ਰਾਈਲੀ ਸਰਕਾਰ ਦੇ ਧੌਂਸ ਭਰੇ ਵਤੀਰੇ ਨੂੰ ਠੀਕ ਨਹੀਂ ਸਮਝਦੇ। ਅਜਿਹੇ ਲੋਕਾਂ ਵਿੱਚ ਮਨੁੱਖੀ ਹੱਕਾਂ ਬਾਰੇ ਇਜ਼ਰਾਈਲੀ ਸੰਸਥਾ ਵੀ ਸ਼ਾਮਲ ਹੈ, ਜਿਸ ਨੇ ਜਨੀਨ ਵਿੱਚ ਪੜਤਾਲ ਪਿੱਛੋਂ ਕਿਹਾ ਕਿ ਇਜ਼ਰਾਈਲੀ ਫੌਜਾਂ ਨੇ ਉੱਥੇ ਜੋ ਕੁਝ ਕੀਤਾ ਉਸ ਨੂੰ ਸਹਿਜੇ ਹੀ ਜੰਗੀ ਜੁਰਮ ਆਖਿਆ ਜਾ ਸਕਦਾ ਹੈ। ਪਿੱਛੇ ਜਿਹੇ ਬਹੁਤ ਸਾਰੇ ਰਾਖਵੇਂ ਇਜ਼ਰਾਈਲੀ ਸੈਨਿਕਾਂ ਨੇ ਇੱਕ ਲਿਖਤੀ ਪਟੀਸ਼ਨ ਵਿੱਚ ਕਿਹਾ ਸੀ ਕਿ ਜਿਹੋ ਜਿਹੀਆਂ ਅਣਮਨੁੱਖੀ ਕਾਰਵਾਈਆਂ ਇਜ਼ਰਾਈਲੀ ਸੈਨਿਕਾਂ ਤੋਂ ਫਲਸਤੀਨ ਵਿੱਚ ਕਰਵਾਈਆਂ ਜਾ ਰਹੀਆਂ ਹਨ, ਉਹਨਾਂ ਵੱਲ ਦੇਖਦਿਆਂ ਪਟੀਸ਼ਨ ਉੱਤੇ ਦਸਤਖਤ ਕਰਨ ਵਾਲੇ ਸੈਨਿਕਾਂ ਦੀ ਜ਼ਮੀਰ ਨਹੀਂ ਮੰਨਦੀ ਕਿ ਉਹ ਆਮ ਡਿਊਟੀ ਉੱਤੇ ਹਾਜ਼ਰ ਹੋਣ। ਕੁਝ ਹੀ ਦਿਨ ਪਹਿਲਾਂ 11 ਮਈ ਨੂੰ ਤਲਵੀਵ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਇਸ ਗੱਲ ਲਈ ਮੁਜ਼ਾਹਰਾ ਕੀਤਾ ਸੀ ਕਿ ਇਜ਼ਰਾਈਲ ਫਲਸਤੀਨੀ ਇਲਾਕੇ ਖਾਲੀ ਕਰੇ। ਇਸ ਤੋਂ ਪਹਿਲਾਂ ਇੰਨਾ ਹੀ ਜ਼ਬਰਦਸਤ ਮੁਜ਼ਾਹਰਾ 20 ਸਾਲ ਪਹਿਲਾਂ ਇਸ ਗੱਲ ਲਈ ਹੋਇਆ ਸੀ ਕਿ ਇਜ਼ਰਾਈਲੀ ਫੌਜਾਂ ਲਿਬਨਾਨ ਵਿੱਚੋਂ ਕੱਢੀਆਂ ਜਾਣ। ਪਰ ਇਸ ਸਾਰੇ ਕੁਝ ਦੇ ਬਾਵਜੂਦ ਇਜ਼ਰਾਈਲ ਇਸ ਤਰਕ ਤੋਂ ਮੁਕਤ ਨਹੀਂ ਹੋ ਸਕਦਾ ਕਿ ਕਿਸੇ ਇੱਕ ਧਰਮ ਦੇ ਆਧਾਰ ਉੱਤੇ ਕਾਇਮ ਹੋਇਆ ਕੋਈ ਵੀ ਰਾਜ ਉਸ ਧਰਮ ਦੇ ਮੂਲਵਾਦੀ ਅੰਸ਼ਾਂ ਦੇ ਸ਼ਿਕੰਜੇ ਵਜੋਂ ਛੇਤੀ ਕਿਤੇ ਨਿਕਲ ਨਹੀਂ ਸਕਦਾ, ਭਾਵੇਂ ਉਹ ਅੰਸ਼ ਗਿਣਤੀ ਦੇ ਪੱਖੋਂ ਘੱਟ ਗਿਣਤੀ ਵਿੱਚ ਹੀ ਕਿਉਂ ਨਾ ਹੋਣ। ਬਦਕਿਸਮਤੀ ਨਾਲ ਇਜ਼ਰਾਈਲ ਵਿੱਚ ਤਾਂ ਇਸ ਵੇਲੇ ਇਹਨਾਂ ਅੰਸ਼ਾਂ ਦਾ ਹੀ ਬੋਲਬਾਲਾ ਜਾਪਦਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਸ਼ੇਰਾਨ ਪ੍ਰਧਾਨ ਮੰਤਰੀ ਨਾ ਹੁੰਦਾ। ਸੋ ਵਿਦਿਆਰਥੀਓ, ਅਜਿਹੀਆਂ ਸਥਿਤੀਆਂ ਸਾਡੇ ਭਾਰਤ ਵਿੱਚ ਵੀ ਹਨ। ਭਾਰਤ ਵਿੱਚ ਵੀ ਕੁਝ ਅਜਿਹੇ ਧੜੇ ਹਨ ਜਿਹੜੇ ਇਸ ਦੇਸ਼ ਨੂੰ ਬਹੁ ਜਾਤੀ ਜਾਂ ਬਹੁ ਜਮਾਤੀ ਦੇਸ਼ ਨਾ ਸਮਝਦੇ ਹੋਏ ਇਸ ਨੂੰ ਸਿਰਫ ਇੱਕ ਕੌਮ ਨਾਲ ਜਾਂ ਇੱਕ ਜਾਤ ਨਾਲ ਜਾਂ ਇੱਕ ਜਮਾਤ ਨਾਲ ਜਾਂ ਇੱਕ ਧਰਮ ਨਾਲ ਜੋੜ ਕੇ ਹੀ ਵੇਖਦੇ ਹਨ ਤੇ ਉਹ ਬਾਕੀ ਜਾਤਾਂ, ਜਮਾਤਾਂ ਜਾਂ ਧਰਮਾਂ ਜਾਂ ਕੌਮਾਂ ਨੂੰ ਇਸ ਦੇਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਅਜਿਹੀਆਂ ਵਿਚਾਰਧਾਰਾਵਾਂ ਦੇ ਨਾਲ ਸਹਿਮਤੀ ਰੱਖਣ ਵਾਲੇ ਲੋਕ ਹੀ ਰਾਜਨੀਤਿਕ ਪੱਧਰ ਤੇ ਅੱਗੇ ਆਉਂਦੇ ਹਨ ਅਤੇ ਵੱਡੀਆਂ ਪਦਵੀਆਂ ਤੇ ਕੰਮ ਕਰਦੇ ਹੋਏ ਉਹ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ
ਜਿਹੜੀਆਂ ਕਿਸੇ ਦੇਸ਼ ਵਿੱਚ ਵਸ ਰਹੇ ਘੱਟ ਗਿਣਤੀਆਂ ਦੇ ਖਿਲਾਫ ਹੁੰਦੀਆਂ ਹਨ। ਇਸ ਲੇਖ ਦੇ ਅਗਲੇ ਹਿੱਸੇ ਵਿੱਚ ਲੇਖਕ ਦੱਸਦਾ ਹੈ ਕਿ ਮੱਧ ਪੂਰਬ ਦੇ ਹਾਲੀਆ ਖੂਨੀ ਵਾਕਿਆਤ ਦਾ ਇੱਕ ਦੁਖਦਾਈ ਪੱਖ ਇਹ ਹੈ ਕਿ ਸੰਯੁਕਤ ਰਾਸ਼ਟਰ ਦੇ ਅੰਦਰ ਤੇ ਵਿਸ਼ਵ ਲੋਕ ਰਾਏ ਦੀ ਪੱਧਰ ਉੱਤੇ ਫਲਸਤੀਨੀ ਕਾਜ਼ ਲਈ ਜਿਹੜੀ ਡੂੰਘੀ ਤੇ ਵਿਸ਼ਾਲ ਹਮਦਰਦੀ ਮੌਜੂਦ ਹੈ, ਉਸ ਦਾ ਨਿੱਘਾ ਜ਼ੋਰਦਾਰ ਸਰਵਜਨਕ ਪ੍ਰਗਟਾਵਾ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਵਾਸਤਵ ਵਿੱਚ ਸੰਯੁਕਤ ਰਾਸ਼ਟਰ ਨੂੰ ਵਧੇਰੇ ਕਰਕੇ ਕਦਮ ਲੈਣ ਲਈ ਹੌਸਲਾ ਮਿਲ ਸਕਦਾ ਸੀ ਜੇ ਫਲਸਤੀਨ ਨਾਲ ਨਿਆਂ ਲਈ ਆਵਾਜ਼ ਦੁਨੀਆ ਭਰ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਉੱਠਦੀ। ਇਸ ਦਾ ਗਿਲਾ ਫਲਸਤੀਨੀ ਆਗੂ ਅਰਾਫਾਤ ਨੂੰ ਵੀ ਹੈ। ਲੰਮੇ ਇਜ਼ਰਾਈਲੀ ਘੇਰੇ ਤੋਂ ਬਾਹਰ ਆਉਣ ਪਿੱਛੋਂ ਉਹਨਾਂ ਦੀ ਪਹਿਲੀ ਟਿੱਪਣੀ ਹੀ ਇਹ ਸੀ ਕਿ ਫਲਸਤੀਨੀ ਲੋਕਾਂ ਨਾਲ ਹੋਈਆਂ ਇੰਨੀਆਂ ਭਿਆਨਕ ਵਧੀਕੀਆਂ ਬਾਰੇ ਸੰਸਾਰ ਨੇ ਇਸ ਤਰ੍ਹਾਂ ਚੁੱਪ ਕਿਵੇਂ ਵੱਟੀ ਰੱਖੀ। ਇਸ ਚੁੱਪ ਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਜਿਹੜੇ ਸੰਗਠਨ ਜਾਂ ਤਨਜ਼ੀਮਾਂ ਅੰਤਰਰਾਸ਼ਟਰਵਾਦ ਨੂੰ ਆਪਣੀ ਵਿਚਾਰਧਾਰਾ ਦਾ ਹਿੱਸਾ ਸਮਝਦੀਆਂ ਸਨ, ਉਹ ਸੋਸ਼ਲਿਸਟ ਕੈਂਪ ਦੇ ਖਾਤਮੇ ਪਿੱਛੋਂ ਕੁਝ ਅਜਿਹੀਆਂ ਉਖੜੀਆਂ ਹਨ ਕਿ ਅਜੇ ਤੱਕ ਮੁੜ ਜਥੇਬੰਦ ਨਹੀਂ ਹੋਈਆਂ। ਅੰਤਰਰਾਸ਼ਟਰਵਾਦ ਵਿੱਚ ਯਕੀਨ ਰੱਖਣ ਵਾਲੇ ਕਿਸੇ ਕੇਂਦਰੀ ਸ਼ਕਤੀ ਦੀ ਗੈਰ ਹਾਜ਼ਰੀ ਵਿੱਚ ਫਲਸਤੀਨ ਸਮੇਤ ਜਿਹੜੀਆਂ ਸਮੱਸਿਆਵਾਂ ਨੂੰ ਦੁਨੀਆ ਭਰ ਦੇ ਲੋਕਾਂ ਦੀ ਬੇਦਾਰ ਸੋਚ ਦਾ ਹਿੱਸਾ ਬਣਨਾ ਚਾਹੀਦਾ ਸੀ, ਜਾਂ ਤਾਂ ਉਹ ਸਥਾਨਕਤਾ ਵਿੱਚ ਘਿਰ ਕੇ ਰਹਿ ਜਾਂਦੀਆਂ ਹਨ ਜਾਂ ਫਿਰ ਠੀਕ ਪ੍ਰਪੇਖ ਵਿੱਚ ਪੇਸ਼ ਨਹੀਂ ਹੁੰਦੀਆਂ। ਇਸ ਦੇ ਕਈ ਅਣਸੁਖਾਵੇਂ ਸਿੱਟੇ ਵੀ ਨਿਕਲਦੇ ਹਨ। ਇਹ ਸੋਚਣਾ ਸ਼ਾਇਦ ਵਾਧੂ ਦੀ ਅਟਕਲਬਾਜ਼ੀ ਨਹੀਂ ਹੋਵੇਗਾ ਕਿ ਜੇ ਫਲਸਤੀਨੀ ਲੋਕਾਂ ਨਾਲ ਕੌਮਾਂਤਰੀ ਪੱਧਰ ਉੱਪਰ ਇਕਜੁੱਟਤਾ ਦਾ ਭਰਪੂਰ ਪ੍ਰਗਟਾਵਾ ਹੋਇਆ ਹੁੰਦਾ ਤਾਂ ਉਹਨਾਂ ਵਿੱਚ ਆਤਮਘਾਤੀ ਬੰਬ ਧਮਾਕਿਆਂ ਵਰਗੇ ਸਿਰਲੱਥਪੁਣੇ ਦੀ ਪ੍ਰਵਿਰਤੀ ਇੰਨਾ ਜ਼ੋਰ ਨਾ ਫੜਦੀ। ਇਸ ਮੰਦਭਾਗੀ ਪ੍ਰਵਿਰਤੀ ਜਿਹੜੀ ਮੁੱਖ ਤੌਰ ਤੇ ਇਸਲਾਮੀ ਜਿਹਾਦ ਦਾ ਟ੍ਰੇਡਮਾਰਕ ਬਣ ਗਈ ਹੈ, ਫਲਸਤੀਨੀ ਕਾਜ਼ ਬਾਰੇ ਕਈ ਬੇਲੋੜੇ ਭੁਲੇਖੇ ਪੈਦਾ ਕਰ ਰਹੀ ਹੈ। ਵਾਸਤਵ ਵਿੱਚ ਇਹ ਇੱਕੋ ਇੱਕ ਨੁਕਤਾ ਹੈ ਜਿਸ ਨੂੰ ਇਸਰਾਈਲ ਫਲਸਤੀਨੀ ਇਲਾਕਿਆਂ ਉੱਤੇ ਹਮਲੇ ਜਾਰੀ ਰੱਖਣ ਲਈ ਵਰਤ ਰਿਹਾ ਹੈ। ਫਲਸਤੀਨ ਦੇ ਮਾਮਲੇ ਦਾ ਇੰਨੀ ਥਾਂ ਲੈ ਜਾਣਾ ਸੁਭਾਵਿਕ ਸੀ ਕਿਉਂਕਿ ਇਹ ਇੱਕ ਅਜਿਹਾ ਮਾਮਲਾ ਹੈ ਜਿਹੜਾ ਅੱਜ ਦੇ ਦਵੰਦ ਦੀਆਂ ਕਈ ਪਰਤਾਂ ਉੱਤੇ ਇੱਕੋ ਵੇਲੇ ਝਾਤ ਪਾ ਜਾਂਦਾ ਹੈ। ਸੋ ਵਿਦਿਆਰਥੀਓ, ਇਸ ਲੇਖ ਦਾ ਮੂਲ ਨੁਕਤਾ ਇਹੀ ਹੈ, ਕੋਈ ਇੱਕ ਰਾਸ਼ਟਰ ਦੂਸਰੇ ਰਾਸ਼ਟਰ ਉੱਪਰ ਕਿਸੇ ਤਰ੍ਹਾਂ ਦਾ ਗਲਬਾ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਭਾਵੇਂ ਇਸ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬੁਨਿਆਦੀ ਰੂਪ ਵਿੱਚ ਆਰਥਿਕ ਤੌਰ ਤੇ ਹੀ ਗਲਬਾ ਸਥਾਪਿਤ ਕਰਨਾ ਉਹਨਾਂ ਦਾ ਉਦੇਸ਼ ਹੁੰਦਾ ਹੈ। ਇਹਨਾਂ ਗਤੀਵਿਧੀਆਂ ਨੂੰ ਰਾਜਨੀਤਿਕ ਰੰਗਤ ਦੇਣ ਲਈ ਬਹੁਤ ਸਾਰੇ ਬਹਾਨੇ ਕੱਢੇ ਜਾਂਦੇ ਹਨ, ਬਹੁਤ ਸਾਰੇ ਕਾਰਨ ਲੱਭੇ ਜਾਂਦੇ ਹਨ। ਇਹ ਸਾਰਾ ਕੁਝ ਕਾਲਪਨਿਕ ਜਾਂ ਝੂਠਾ ਹੁੰਦਾ ਹੈ। ਇਸੇ ਤਰੀਕੇ ਨਾਲ ਝੂਠੇ ਇਤਿਹਾਸ ਲਿਖੇ ਜਾਂਦੇ ਹਨ ਤੇ ਇਹਨਾਂ ਇਤਿਹਾਸਾਂ ਨੂੰ ਵਰਤ ਕੇ ਹੀ ਦੂਸਰੇ ਦੇਸ਼ਾਂ ਉੱਪਰ ਅਤੇ ਆਪਣੇ ਹੀ ਦੇਸ਼ ਵਿੱਚ ਦੂਸਰੀਆਂ ਕੌਮਾਂ ਉੱਪਰ ਰਾਜ ਸਥਾਪਿਤ ਕੀਤਾ ਜਾਂਦਾ ਹੈ, ਆਪਣਾ ਗਲਬਾ ਸਥਾਪਿਤ ਕੀਤਾ ਜਾਂਦਾ ਹੈ। ਸੋ ਮੈਂ ਉਮੀਦ ਕਰਦਾ ਹਾਂ ਕਿ ਇਸ ਲੇਖ ਵਿੱਚ ਆਏ ਸਾਰੇ ਵਿਚਾਰਾਂ ਨੂੰ ਪਾਠਕਾਂ ਨੇ, ਦਰਸ਼ਕਾਂ ਨੇ, ਸਰੋਤਿਆਂ ਨੇ ਅਤੇ ਵਿਦਿਆਰਥੀਆਂ ਨੇ ਸਮਝ ਲਿਆ ਹੋਵੇਗਾ। ਜਲਦੀ ਹੀ ਅਗਲੇ ਲੇਖ ਬਾਰੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।